ਜਲੀ ਤੌਰ ਦੇ ਉੱਤੇ ਢਿੱਡੀ ਤੌਰ ਦੇ ਉੱਤੇ ਦੱਸਿਓ ਕਿ ਜੋ ਹੁਣ ਤੱਕ ਵੈਦਾਂ ਬਾਰੇ ਧਾਰਨਾ ਸੀ ਉਹ ਉਵੇਂ ਹੀ ਆ, ਹੋਰ ਵਿਗੜ ਗਈ ਜਾਂ ਠੀਕ ਹੋ ਗਈ? ਮੈਂ ਕਿਹਾ ਜੀ ਮਤਲਬ ਵਿਸ਼ਵਾਸ ਹੋ ਗਿਆ ਕਿ ਹਾਂਜੀ ਇਹ ਸਾਡੀਆਂ ਜਿਹੜੀ ਇੰਡੀਅਨ ਜਿਹੜੀ ਆ ਦੇਸੀ ਦਵਾਈ ਆ ਇਹ ਕੰਮ ਕਰਦੀ ਆ ਜੇ ਸਹੀ ਹੋਵੇ। 100 ਦੇ ਵਿੱਚੋਂ ਕਿੰਨੇ ਨੰਬਰ ਦੇਣੇ ਚਾਹੋਗੇ? ਅਸੀਂ ਜੀ 90 ਦੇਵਾਂਗੇ। मैं लगातार चले जी 2014 से ही मैं पीजीआई भी प्राइवेट डॉक्टर के पास वैद्या के पास भी सारा लगातार चल ही रहा है। मैंने अज तक तो कोई आराम नहीं आया। अच्छा हाँ इत्थों आके मैं एक रोटी जरूर लगे जी खान। ਤੇ ਜੇਕਰ ਕੋਈ ਤੁਹਾਡੇ ਨਾਲ ਸਿੱਧਾ ਸੰਪਰਕ ਕਰੇ, ਅਸੀਂ ਤੁਹਾਨੂੰ ਪਹਿਲੀ ਵਾਰ ਮਿਲੇ ਆ, ਕਦੇ ਦੇਖਿਆ ਵੀ ਨਹੀਂ। देखो बिल्कुल जद मर्जी संपर्क कर सका जी, ਆਪਾਂ कोई रिश्वत लेगा नहीं बोल रहे। ਵੈਦ ਤੇ ਛੇਤੀ ਕਿਤੇ ਯਕੀਨ ਕਰਨ ਨੂੰ ਚਿੱਤ ਨਹੀਂ ਕਰਦਾ, ਪਰ ਤੁਸੀਂ ਤਾਂ ਪੜ੍ਹੇ ਲਿਖੇ ਹੋ, ਸੇਵਾ ਮੁਕਤੋਂ ਬਹੁਤ ਵੱਡੇ ਅਹੁਦੇ ਦੇ ਉੱਤੇ ਰਹੇ ਹੋ, ਇੱਥੇ ਕਿਵੇਂ ਯਕੀਨ ਵੱਜਿਆ ਤੇ ਇੱਥੇ ਆਉਣਾ ਕਿਵੇਂ ਹੋਇਆ? ਇੱਥੇ ਮੈਂ ਜਦ ਰਜਿਸਟ੍ਰੇਸ਼ਨ ਕਰਾਈ ਉਹ ਮੈਨੂੰ ਕਹਿੰਦੇ ਜੀ ਤੁਸੀਂ ਬਾਹਰ ਜਾ ਕੇ ਲੰਗਰ ਛਕੋ। ਮੈਂ ਕਿਹਾ ਵੀ ਡਾਕਟਰ ਦਾ ਕਦੀ ਕਿਤੇ ਨੂੰ ਪਾਣੀ ਨਹੀਂ ਪੁੱਛਦਾ ਹੁੰਦਾ ਤੇ ਇਹ ਇੱਥੇ ਕਹਿੰਦੇ ਵੀ ਲੰਗਰ ਛਕੋ ਤੁਸੀਂ। ਨਿਰਪੱਖ ਰੱਬ ਨੂੰ ਜਾਣ ਦੇਣੀ ਆ ਵੀ ਭਾਈ ਲੋਕਾਂ ਦਾ ਕੀ ਕਹਿਣਾ ਆ ਕੇ, ਹਾਂ ਨਾ ਚੰਗਾ ਮਾੜਾ ਜੋ ਵੀ। ਮਰੀਜ਼ ਜਿੰਨੇ ਵੀ ਆਉਂਦੇ ਨੇ ਜ਼ਿਆਦਾਤਰ ਇਹੀ ਕਹਿੰਦੇ ਨੇ ਵੀ ਅਸੀਂ ਬਿਲਕੁਲ ਠੀਕ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਵਰਨ ਸਿੰਘ ਟਹਿਣਾ। ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਨਿਸਟਰ ਟੀਵੀ ਤੇ ਅਸੀਂ ਪ੍ਰਾਈਮ ਹੈਲਥ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਕੁਝ ਕੁ ਮਹੀਨੇ ਪਹਿਲਾਂ ਅਸੀਂ ਵੈਦ ਜਗਤਾਰ ਪੰਨੂ ਦੀ ਸਟੂਡੀਓ ਦੇ ਵਿੱਚ ਬੁਲਾ ਕੇ ਇੰਟਰਵਿਊ ਕੀਤੀ ਸੀ, ਗੱਲਬਾਤ ਕੀਤੀ ਸੀ ਲੰਮੀ ਚੌੜੀ। ਉਹਨਾਂ ਨੇ ਦੱਸਿਆ ਸੀ ਕਿ ਅਸੀਂ ਕਿਹੜੀਆਂ ਸਮੱਸਿਆਵਾਂ ਦਾ ਇਲਾਜ ਕਰਦੇ ਹਾਂ, ਕਿੰਨੇ ਸਮੇਂ ਤੋਂ ਕਰਦੇ ਹਾਂ, ਕਿਵੇਂ ਕਰਦੇ ਹਾਂ। ਉਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਇਹ ਫੋਨ ਆਏ ਕਿ ਅਸੀਂ ਤੰਦਰੁਸਤ ਹੋਏ ਹਾਂ। ਕਈ ਲੋਕਾਂ ਨੇ ਇਹ ਗੱਲ ਕਹੀ ਕਿ ਸਾਨੂੰ ਘੱਟ ਫਰਕ ਪਿਆ, ਜਾਂ ਕਈਆਂ ਨੇ ਇਹ ਗੱਲ ਕਹੀ ਕਿ ਸਾਨੂੰ ਨਾ ਮਾਤਰ ਫਰਕ ਪਿਆ। ਸੋ ਅੱਜ ਅਸੀਂ ਇਸ ਥਾਂ ਦੇ ਉੱਤੇ ਪਹੁੰਚੇ ਹਾਂ, ਯਾਨੀ ਕਿ ਸਮਰਾਲੇ ਦੇ ਵਿੱਚ, ਜਿੱਥੇ ਕਿ ਦੁੱਖ ਦੂਰ ਦਵਾਖਾਨਾ ਵੈਦ ਜਗਤਾਰ ਪੰਨੂ ਹੋਰਾਂ ਦਾ। ਤੇ ਅਸੀਂ ਇੱਥੇ ਆ ਕੇ ਵੈਦ ਜਗਤਾਰ ਪੰਨੂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਇੱਥੇ ਲੋਕ ਇਲਾਜ ਕਰਵਾਉਣ ਦੇ ਲਈ ਆਏ ਆ, ਜਾਂ ਜਿਹੜੇ ਦਵਾਈ ਲੈਂਦੇ ਆ, ਜਾਂ ਜਿਹੜੇ ਪਹਿਲੀ ਵਾਰ ਆਏ ਆ, ਹੋ ਸਕਦਾ ਕੋਈ ਦੂਜੀ ਵਾਰ ਆਇਆ ਹੋਵੇ, ਹੋ ਸਕਦਾ ਕੋਈ ਠੀਕ ਹੋਇਆ ਹੋਵੇ, ਹੋ ਸਕਦਾ ਕਿਸੇ ਦਾ ਕੋਈ ਤਜਰਬਾ ਹੋਵੇ। ਕਿਉਂਕਿ ਜਦੋਂ ਅਸੀਂ ਦਵਾਈ ਦੀ ਗੱਲ ਕਰਦੇ, ਮਨੁੱਖੀ ਸਿਹਤ ਦੀ ਗੱਲ ਕਰਦੇ ਹਾਂ, ਉਹਦੇ ਨਾਲ ਕਿਸੇ ਕਿਸਮ ਦਾ ਕੋਈ ਖਿਲਵਾੜ ਨਹੀਂ ਹੋਣਾ ਚਾਹੀਦਾ। ਤੇ ਦਰਸ਼ਕਾਂ ਦੇ ਪ੍ਰਤੀ ਸਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਜੋ ਕੁਝ ਵਾਅਦੇ ਤੇ ਦਾਅਵੇ ਦੇ ਰੂਪ ਦੇ ਵਿੱਚ ਕਿਹਾ ਗਿਆ ਸੀ ਪੰਨੂ ਸਾਹਿਬ ਦੇ ਵੱਲੋਂ, ਉਹ ਕਿਵੇਂ ਵਾਅਦੇ ਆ, ਉਹ ਕਿਵੇਂ ਦਾਅਵੇ ਆ, ਤੇ ਹਾਜ਼ਰੀਨ ਜਿਹੜੇ ਇੱਥੇ ਲੋਕ ਵੱਖ-ਵੱਖ ਥਾਵਾਂ ਤੋਂ ਪਹੁੰਚੇ ਹੋਣਗੇ ਉਹਨਾਂ ਦੇ ਕੀ ਪ੍ਰਭਾਵ ਆ, ਅਸੀਂ ਇਹਦੇ ਬਾਬਤ ਗੱਲਬਾਤ ਕਰਾਂਗੇ। ਆਓ ਆਪਾਂ ਦੁੱਖ ਦੂਰ ਦਵਾਖਾਨੇ ਦੇ ਅੰਦਰ ਚੱਲਦੇ ਹਾਂ। ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਨਵਾਂਸ਼ਹਿਰ ਕਰਨਾਲਾ ਪਿੰਡ ਹੈ ਜੀ, ਨਵਾਂਸ਼ਹਿਰ ਜ਼ਿਲ੍ਹਾ। ਹਾਂਜੀ ਤੇ ਕੀ ਨਾਂ ਤੁਹਾਡਾ? ਮੇਰਾ ਨਾਮ ਕਮਲ ਪਰਿਹਾਰ ਹੈ ਜੀ। ਪਹਿਲੀ ਵਾਰ ਆਏ ਹੋ, ਦੂਜੀ ਵਾਰ ਆਏ ਹੋ, ਕਿੰਨਵੀਂ ਵਾਰ ਆਏ? ਅਸੀਂ ਤੀਜੀ ਵਾਰ ਆਏ ਹਾਂ। ਕੀ ਸਮੱਸਿਆ ਕੀ ਸੀ? ਫਾਦਰ ਸਾਹਿਬ ਦੇ ਸੀਗੇ, ਇਹਨਾਂ ਦੇ ਇਹ ਤੁਹਾਡੇ ਸਤਿਕਾਰਯੋਗ ਪਿਤਾ ਜੀ ਹਾਂਜੀ ਨੇ? ਪਿਤਾ ਜੀ ਜੀ। ਸਰ ਇਹਨਾਂ ਦੇ ਸੈੱਲ ਸੀਗੇ ਥੋੜੇ ਘਟੇ ਦੇ। ਸੈੱਲ ਘਟੇ ਸੀ? ਹਾਂਜੀ ਹਾਂ। ਤੇ ਮਤਲਬ 1.5 ਲੱਖ ਚਾਹੀਦਾ ਸੀ, 84,000 ਸੀਗੇ ਤੇ ਅਸੀਂ 20 ਦਿਨ ਦਵਾਈ ਖਾਧੀ ਸੀਗੀ। ਪਹਿਲਾਂ ਲੈ ਗਏ ਸੀਗੇ ਪਹਿਲੀ ਵਾਰ ਜਦੋਂ, ਤੇ 20 ਦਿਨ ਬਾਅਦ ਚੈੱਕ ਕਰਾਇਆ ਸੀ ਤੇ 2 ਲੱਖ ਹੋ ਗਏ। ਅੱਛਾ ਹਾਂਜੀ, ਮਤਲਬ 20 ਦਿਨਾਂ 'ਚ ਫਰਕ ਪੈ ਗਿਆ ਸੀ। ਤੁਸੀਂ 100 ਦੇ ਵਿੱਚੋਂ ਕਿੰਨੇ ਨੰਬਰ ਦੇਣੇ ਚਾਹੋਗੇ? ਅਸੀਂ ਜੀ 90 ਦੇਵਾਂਗੇ। 90 ਜਿਹੜਾ ਸਾਨੂੰ ਫਰਕ ਪਿਆ, ਮਤਲਬ ਸਾਡੇ ਫਾਦਰ ਸਾਹਿਬ ਨੂੰ ਅਸੀਂ ਦੇਖਿਆ, ਇਹਨਾਂ ਤੋਂ ਮਤਲਬ ਬੈੱਡ ਤੋਂ ਨਹੀਂ ਸੀ ਉੱਠ ਹੁੰਦਾ, ਵਾਸ਼ਰੂਮ ਕਰਾਉਣ ਜਾਂਦੇ ਸੀਗੇ ਤਾਂ ਮਤਲਬ ਉਠਾਲਣਾ ਪੈਂਦਾ ਸੀਗਾ। ਤੇ ਹੁਣ ਆਪ ਚੱਲ ਕੇ ਆਏ ਆ, ਜਦੋਂ ਘੁੰਮਦੇ ਫਿਰਦੇ ਆ, ਸੈਰ ਕਰਦੇ ਆ। ਤੁਹਾਡੇ ਬਾਪੂ ਜੀ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਤੇ ਬਾਪੂ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਕਿੱਥੋਂ ਪਤਾ ਲੱਗਾ ਸੀਗਾ ਵੈਦ ਜਗਤਾਰ ਪੰਨੂ ਬਾਰੇ? ਸਰ ਇੰਟਰਵਿਊ ਸੀ ਤੁਹਾਡੇ ਨਾਲ ਜਿਹੜੀ ਪਹਿਲੀ ਆਈ ਸੀ, ਹਾਂਜੀ, ਉੱਥੋਂ ਪਤਾ ਲੱਗਾ ਸੀ। ਅੱਛਾ, ਹਾਂਜੀ। ਵੈਦਾਂ ਦੇ ਬਾਰੇ ਆਪਣੀ ਇੱਕ ਧਾਰਨਾ ਬਣੀ ਹੋਈ ਆ ਵੀ ਨੀਮ ਹਕੀਮ ਖਤਰਾ ਇਹ ਜਾਨ, ਉਹ ਧਾਰਨਾ ਟੁੱਟੀ ਇੱਥੇ ਆ ਕੇ ਜਾਂ ਉਵੇਂ ਹੀ ਆ? ਇਹ ਨਾ ਅਸੀਂ ਸਵਾਲ ਤੁਹਾਨੂੰ ਤਾਂ ਪੁੱਛ ਰਹੇ ਹਾਂ, ਇੱਕ ਤਾਂ ਹੁੰਦਾ ਵੀ ਕੋਈ ਯੋਜਨਾ ਬੰਦ ਕਰਕੇ ਗੱਲ ਪਹਿਲਾਂ ਸਿਖਾਇਆ ਹੋਵੇ, ਪਹਿਲਾਂ ਸਮਝਿਆ ਹੋਵੇ ਵੀ ਅਸੀਂ ਪ੍ਰਭਾਵ ਸਿਰਜਣ ਲਈ ਆ। ਇਹ ਤੁਸੀਂ ਜਾਣਦੇ ਹੋ ਕਿ ਅਸੀਂ ਪਹਿਲੀ ਵਾਰ ਸਭ ਨੂੰ ਇੱਥੇ ਆ ਕੇ ਅੰਦਰ ਦੇਖ ਰਹੇ ਹਾਂ, ਆਪਾਂ ਕਦੇ ਮਿਲੇ ਨਹੀਂ। ਜਲੀ ਤੌਰ ਦੇ ਉੱਤੇ, ਢਿੱਡੀ ਤੌਰ ਦੇ ਉੱਤੇ ਦੱਸਿਓ ਕਿ ਜੋ ਹੁਣ ਤੱਕ ਵੈਦਾਂ ਬਾਰੇ ਧਾਰਨਾ ਸੀ ਉਹ ਉਵੇਂ ਹੀ ਆ, ਹੋਰ ਵਿਗੜ ਗਈ ਜਾਂ ਠੀਕ ਹੋ ਗਈ? ਮੈਂ ਕਿਹਾ ਜੀ ਮਤਲਬ ਵਿਸ਼ਵਾਸ ਹੋ ਗਿਆ ਕਿ ਹਾਂਜੀ ਇਹ ਸਾਡੀਆਂ ਜਿਹੜੀ ਇੰਡੀਅਨ ਜਿਹੜੀ ਆ ਦੇਸੀ ਦਵਾਈ ਆ ਇਹ ਕੰਮ ਕਰਦੀ ਆ ਜੇ ਸਹੀ ਹੋਵੇ।
ਮਤਲਬ ਕਿ ਜੇ ਚੰਗੀ ਹੋਵੇ, ਮਤਲਬ ਜਿਹੜੀ ਓਰੀਜਨਲ ਹੋਵੇ। ਹੈਗੇ ਆ ਬੰਦੇ ਪਿੰਡ ਪਿੰਡ ਬੈਠੇ ਆ, ਦੂਰ ਦੂਰ ਜਾਣਾ ਪੈਂਦਾ, ਕਈ ਵਾਰ ਘੁੰਮ ਕੇ ਬੰਦਾ ਆਉਂਦਾ, ਪਰ ਕਿਤੇੋਂ ਮਤਲਬ ਸਮਝ ਲਓ ਕਿ ਸਬੱਬ ਬਣ ਕੇ ਤੁਹਾਡੀ ਇੰਟਰਵਿਊ ਦੇਖ ਲਈ ਸੀ ਅਸੀਂ ਪਹਿਲੀ, ਮਤਲਬ ਗੱਲਾਂ ਕਰਕੇ ਪਤਾ ਲੱਗ ਗਿਆ ਕਿ ਹਾਂਜੀ, ਜਦੋਂ ਉਹਨਾਂ ਨੇ ਕਿਹਾ ਕਿ ਹਾਂ ਚੈੱਕ ਕਰਾ ਲਓ ਦਵਾਈ ਕਿਤੇ ਵੀ, ਕਿ ਇਹ 'ਚ ਸਟੀਰੋਇਡ ਨਹੀਂ, ਕੁਛ ਨਹੀਂ ਹੈਗਾ ਨਾ। ਮਤਲਬ ਆਹੀ ਚੀਜ਼ ਅੱਜ ਕੱਲ੍ਹ ਸਟੀਰੋਇਡ ਹੀ ਜ਼ਿਆਦਾ ਪਾਉਂਦੇ ਆ ਦਵਾਈਆਂ 'ਚ। ਸਾਨੂੰ ਇਹੀ ਦੇਖ ਕੇ ਅਸੀਂ ਆ ਗਏ, ਪਹਿਲੀ ਵਾਰ ਆਏ ਤਾਂ ਸਾਨੂੰ ਵੀ ਲੱਗਦਾ ਸੀ। ਤੁਹਾਡਾ ਪਿੰਡ ਕਿਹੜਾ? ਮੈਂ ਚਾਹੁੰਦਾ ਵੀ ਦਰਸ਼ਕ ਆ ਜਿਹੜੇ ਉਹ ਜੇਕਰ ਤੁਹਾਡੇ ਨਾਲ ਸਿੱਧਾ ਸੰਪਰਕ ਕਰਨਾ ਚਾਹਣ ਉਹ ਵੀ ਕਰ ਲੈਣ, ਕਿਉਂਕਿ ਇਹ ਨਾ ਲੱਗੇ ਕਿਸੇ ਨੂੰ ਵੀ ਇਹ ਤਾਂ ਕੋਈ ਗੱਲਬਾਤ ਪਹਿਲਾਂ ਤੈਅ ਹੋਣੀ ਹੈ। ਹਾਂਜੀ, ਜਦੋਂ ਮਰਜ਼ੀ ਪਤਾ ਕਰ ਲੈਣ ਜੀ। ਮੇਰਾ ਪਿੰਡ ਹੈਗਾ ਨਵਾਂ ਸ਼ਹਿਰ ਜ਼ਿਲ੍ਹਾ ਤੇ ਪਿੰਡ ਕਰਨਾਣਾ ਹੈ ਜੀ। ਤੇ ਸ਼ੁਭ ਨਾਂ? ਕਮਲ ਪ੍ਰਹਾਰ ਹੈ ਜੀ। ਕਮਲ ਪ੍ਰਹਾਰ ਸਾਹਿਬ, ਕੀ ਕੰਮ ਕਰਦੇ ਹੋ? ਮੈਂ ਜੀ ਖੇਤੀਬਾੜੀ ਆਪਣੀ। ਖੇਤੀਬਾੜੀ। ਬਾਪੂ ਜੀ ਦੇ ਨਾਲ ਵੀ ਦੋ ਗੱਲਾਂ ਕਰ ਲਈਏ। ਬਾਪੂ ਜੀ ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਜੀ ਹੁਣ ਮੈਂ ਕੀ ਤੁਹਾਡਾ ਸ਼ੁਭ ਨਾਂ? ਰਘਵੀਰ ਸਿੰਘ ਜੀ। ਸਰਦਾਰ ਰਘਵੀਰ ਸਿੰਘ। ਹਾਂਜੀ ਬਾਪੂ ਜੀ ਪਹਿਲਾਂ ਬਿਲਕੁਲ ਡਿਕਡੋਲੇ ਖਾਂਦਾ ਸੀ ਸਰੀਰ? ਮੇਰੇ ਗੋਡੇ ਨਹੀਂ ਚੱਲਦੇ, ਹੁਣ ਮੈਂ ਠੀਕ ਆ। ਹਾਂਜੀ, ਮੇਰੇ ਤੋਂ ਉੱਠਣੇ ਸੀ ਹੁੰਦਾ, ਟੁੱਟੀ ਨੂੰ ਫੜ ਕੇ ਉੱਠਦਾ ਸੀ ਮੈਂ, ਹੁਣ ਮੈਂ ਆਪੇ ਉੱਠ ਖੜਦਾ, ਆਪੇ ਬਹਿ ਜਾਂਦਾ। ਚਲੋ ਬਹੁਤ ਚੰਗੀ ਗੱਲ ਆ। ਹਾਂਜੀ, ਯਕੀਨ ਵੱਜ ਗਿਆ? ਯਕੀਨ ਵੱਜ ਗਿਆ ਜੀ। ਹਾਂਜੀ, ਤੇ ਤੀਜੀ ਵਾਰ ਤੁਸੀਂ ਆਏ ਹੋ? ਤੀਜੀ ਵਾਰ ਆਏ ਆ ਜੀ। ਹਾਂਜੀ, ਤੇ ਪਹਿਲਾਂ ਖਾਣ ਪੀਣ ਦੀ ਵੀ ਸਮੱਸਿਆ ਆਉਂਦੀ ਸੀ? ਰੋਟੀ ਥੋੜੀ ਖਾਂਦਾ ਸੀ, ਹੁਣ ਮੈਂ ਖਾ ਲੈਣਾ ਠੀਕ ਠਾਕ ਜੀ। ਚਲੋ ਬਹੁਤ ਵਧੀਆ ਬਾਪੂ ਜੀ, ਤੁਸੀਂ ਚੜ੍ਹਦੀ ਕਲਾ ਚ ਰਹੋ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਹੋਰ ਬਾਈ ਜੀ ਠੀਕ ਠਾਕ ਹੋ? ਤੁਸੀਂ ਵੀ ਨਾਲ ਆਏ ਹੋ? ਨਾਲ ਆਏ ਹੋ। ਹੋਰ ਬਾਈ ਜੀ ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਕਿਹੜਾ ਪਿੰਡ ਜੀ ਤੁਹਾਡਾ? ਹੁਸ਼ਿਆਰਪੁਰ ਤੋਂ ਹੈ। ਹੁਸ਼ਿਆਰਪੁਰ। ਲੋਕਲ ਹੁਸ਼ਿਆਰਪੁਰ ਸ਼ਹਿਰ ਜਾਂ ਕੋਈ ਪਿੰਡ ਆ? ਲਾਗੇ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਨੂੰ ਸਹਾਈਪੁਰ ਹੈ ਜੀ। ਸਾਈਪੁਰ? ਸਹਾਈਪੁਰ ਨੂੰ ਸਰਾਲੇ ਲੱਗੇ ਪੈ ਜਾਂਦੇ ਨੇ। ਠੀਕ ਹੈ ਜੀ। ਤੇ ਪਹਿਲੀ ਵਾਰ ਆਏ ਹੋ? ਕੀ ਸਮੱਸਿਆ ਕੀ ਆ? ਮੈਨੂੰ ਇਹ ਗਦੂਦਾਂ ਜੀ। ਗਦੂਦਾਂ ਦੀ ਸਮੱਸਿਆ? ਹਾਂਜੀ, ਹਾਂਜੀ। ਇਸ ਤੋਂ ਪਹਿਲਾਂ ਵੀ ਕਿਤੋਂ ਇਲਾਜ ਕਰਵਾਇਆ ਜਾਂ? ਪਹਿਲਾਂ ਨਹੀਂ ਕਰਵਾਇਆ ਜੀ। ਸਾਡੇ ਬ੍ਰਦਰ ਕੈਨੇਡਾ ਰਹਿੰਦੇ, ਉਹਨਾਂ ਦੇ ਬਹੂ ਨੂੰ ਕੈਂਸਰ ਸੀ, ਉਹ ਦਵਾਈ ਲਗਾਏ ਇੱਥੋਂ, ਠੀਕ ਹੋਏ? ਨਾ ਉਹ ਜਲਦੀ ਦਵਾਈ, ਉਹ ਕਹਿੰਦੀ ਵਿਸ਼ਵਾਸ ਆ, ਤੁਸੀਂ ਲੈ ਕੇ ਆਓ, ਅੱਛਾ, ਹੋ ਜਾਓਗੇ ਠੀਕ। ਮੈਂ ਕਿਹਾ ਤੇ ਉਹਨਾਂ ਨੂੰ ਫਰਕ ਪਿਆ ਜਿਹੜੇ ਕੈਂਸਰ ਦੀ ਦਵਾਈ ਵਾਲੇ? ਦਵਾਈ ਚੱਲਦੀ ਉਹਨਾਂ ਦੀ ਅਜੇ 10 ਦਿਨ ਚੱਲਦੀ ਨਹੀਂ ਹੋ ਗਏ, ਉਹ ਕਹਿੰਦੇ ਸਾਨੂੰ ਵਿਸ਼ਵਾਸ ਹੋ ਜਾਓਗੇ ਠੀਕ, ਤੂੰ ਵੀ ਲੈ ਆ ਦਵਾਈ। ਮੈਂ ਕਿਹਾ ਅੱਛਾ। ਤੇ ਇਹ ਕਿੰਨੀ ਕੁ ਦੇਰ ਤੋਂ ਸਮੱਸਿਆ ਨਾਲ ਜੂਝ ਰਹੇ ਤੁਸੀਂ? ਆਈ ਤਾਂ ਵੈ ਜੋ ਮੈਂ ਪਹਿਲਾਂ ਸਰਵਿਸ ਕਰਦਾ ਸੀ ਪੰਜਾਬ ਪੁਲਿਸ, ਉਹ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ। ਅੱਜ 6 ਮਹੀਨੇ ਬਾਅਦ ਜਦੋਂ ਘਰ ਬੈਠਾ ਉਦੋਂ ਲੱਗੀ ਹੁਣ ਪ੍ਰੋਬਲਮ। ਫਿਰ ਚੈੱਕ ਸਕੈਨ ਕਰਾਈ ਤਾਂ ਫਿਰ ਆਈਆਂ ਵਿੱਚ ਪਤਾ ਲੱਗਾ, ਪਹਿਲਾਂ ਨਹੀਂ ਕੋਈ ਪਤਾ ਸੀਗਾ। ਅੱਛਾ। ਹਾਂਜੀ, ਥੋੜੀ ਲੀਵਰ ਪ੍ਰੋਬਲਮ ਆਈ ਹੈ ਤੇ ਗਦੂਦਾਂ। ਠੀਕ ਆ। ਤੇ ਅਸੀਂ ਚਾਹਾਂਗੇ ਵੀ ਜਦੋਂ ਇਹ ਇੰਟਰਵਿਊ ਚੱਲੀ ਤੁਹਾਡੇ ਜਿਹੋ ਜਿਹੇ ਵੀ ਪ੍ਰਭਾਵ ਤੁਸੀਂ ਤੰਦਰੁਸਤ ਹੋਵੋ, ਪਰ ਤੰਦਰੁਸਤ ਹੋਏ, ਘੱਟ ਹੋਏ, ਵੱਧ ਹੋਏ, ਪੂਰੇ ਹੋਏ, ਉਹ ਸਾਰਾ ਤੁਸੀਂ ਟਿੱਪਣੀ ਕਰਕੇ ਨਾ ਸਾਨੂੰ ਜ਼ਰੂਰ ਦੱਸਿਓ, ਤਾਂ ਜੋ ਅਗਲੀ ਵਾਰ ਜਦੋਂ ਵੀ ਅਸੀਂ ਇੱਥੇ ਆਵਾਂਗੇ ਤੇ ਅਸੀਂ ਫਿਰ ਤੁਹਾਡਾ ਜ਼ਿਕਰ ਕਰਗੇ ਵੀ ਭਾਈ ਇੱਕ ਸੱਜਣ ਸਾਨੂੰ ਮਿਲੇ ਸੀ, ਉਹ ਕਿਹੜੇ ਰੂਪ ਦੇ ਵਿੱਚ ਹੈਗੇ ਤੇ ਕਿਵੇਂ ਹੁਣ ਤੰਦਰੁਸਤੀ ਦੇ ਵੱਲ। ਬਾਈ ਜੀ ਤੁਸੀਂ ਨਾਲ ਆਏ ਹੋ? ਨਹੀਂ ਜੀ, ਹਾਂ। ਤੁਸੀਂ ਕਿਹੜੀ ਥਾਂ ਤੋਂ? ਮੈਂ ਅੰਬਾਲੇ ਤੋਂ ਜੀ। ਅੰਬਾਲਾ ਤੋਂ। ਕੀ ਸ਼ੁਭ ਨਾਂ ਤੁਹਾਡਾ? ਕਮਲਦੀਪ। ਤੇ ਕੀ ਕੰਮ ਕਰਦੇ ਹੋ ਬਾਈ ਜੀ? ਮੈਂ ਖੇਤੀਬਾੜੀ ਹੈ। ਤੇ ਪਹਿਲੀ ਵਾਰ ਆਏ ਹੋ? ਨਹੀਂ ਜੀ, ਵੈਸੇ ਤੀਜੀ ਵਾਰੀ ਹੈ ਜੀ ਮੇਰੀ। ਤੇ ਕੀ ਸਮੱਸਿਆ ਕੀ ਸੀ ਬਾਈ ਜੀ? ਮੈਨੂੰ ਵੀਟ ਐਲਰਜੀ ਹੈ। ਵੀਟ ਐਲਰਜੀ? ਕਣਕ ਤੋਂ ਤੁਹਾਨੂੰ ਐਲਰਜੀ ਆ? ਤੇ ਫਿਰ ਕੋਈ ਜਦੋਂ ਦੇ ਤੁਸੀਂ ਆਉਣ ਲੱਗੇ ਆ ਤੇ ਕੋਈ ਫਰਕ? ਹਾਂ ਜੀ, ਮੈਂ ਪਿਛਲੀ ਵਾਰੀ ਤੋਂ ਇੱਕ ਰੋਟੀ ਖਾਣੀ ਸ਼ੁਰੂ ਕਰਤੀ ਜੀ। ਉਹ ਖਾ ਰਿਹਾ ਮੈਂ 1 ਮਹੀਨਾ ਹੋ ਗਿਆ ਮੈਨੂੰ। ਹੁਣ ਤੱਕ ਕੋਈ ਦਿੱਕਤ ਨਹੀਂ ਆਈ ਹੈ। ਵੀਟ ਐਲਰਜੀ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਆ। ਸਾਡੇ ਵੀ ਇੱਕ ਰਿਸ਼ਤੇਦਾਰੀ ਦੇ ਵਿੱਚ ਸੱਜਣ ਹੈਗੇ ਨੇ, ਉਹਨਾਂ ਨੂੰ ਵੀ ਕਣਕ ਆ ਜਿਹੜੀ ਉਹ ਜਦੋਂ ਖਾ ਲੈਣ ਤੇ ਨਾਲ ਦੀ ਨਾਲ ਉਹਨਾਂ ਦੇ ਸਰੀਰ ਦੇ ਉੱਤੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਹੁੰਦੀ ਆ। ਤੇ ਤੁਹਾਨੂੰ ਕਿੰਨੇ ਕੁ ਚਿਰ ਤੋਂ ਇਹ ਸਮੱਸਿਆ ਸੀ? मैं लगातार चले जी। 2014 तक मैं पीजीआई भी प्राइवेट डॉक्टर के पास, वैद्या के पास भी सारा लगातार चल ही रहा जी। मैनू अज तक तो कोई आराम नहीं आया कितों। अच्छा। हाँ, इत्थों आके मैं एक रोटी जरूर लगे जी खाण, इत्थों आके मैनू फर्क जरूर लग रहा। ਕਿੰਨੇ ਫੀਸਦੀ ਬਾਈ ਜੀ ਫਰਕ ਪੈ ਗਿਆ ਹੋਊਗਾ? एक रोटी लगे जी खाण, कोई दिक्कत तो आई नहीं है जी। ਚਲੋ ਬਹੁਤ ਚੰਗੀ मैं ਗੱਲ। बधाई कोई नहीं, वो भी डॉक्टर साहब जी। ਜਿਹੜਾ ਤੀਜੀ ਵਾਰ ਤੁਸੀਂ ਆਏ ਹੋ, ਕਿੰਨੇ ਸਮੇਂ ਦੇ ਵਿੱਚ? 1 ਮਹੀਨੇ ਚ ਤੀਜੀ ਵਾਰ ਆਏ ਹੋ? 2 ਮਹੀਨੇ ਚ ਤੀਜੀ ਵਾਰ ਆਏ ਹੋ? नहीं, 2 महीने हो गए जी मैनू खांदे नू दवाई। हाँ, तीसरी बारी मैं लेन आया आज। ਤੀਜੀ ਵਾਰ ਲੈਣ ਆਏ ਹੋ ਤੇ ਬੰਦਾ ਤੀਜੀ ਵਾਰ ਤਾਂ ਹੀ ਜਾਂਦਾ ਕਿਸੇ ਥਾਂ ਦੇ ਉੱਤੇ ਜੇਕਰ ਉਹਨੂੰ ਕੋਈ ਫਰਕ ਲੱਗੇ ਤਾਂ। हाँ जी हाँ। ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਸੀ ਇਹਦਾ? मैनू ना किसी रिश्तेदार ने आपका इंटरव्यू भेजा था जी। उस इंटरव्यू ਤੇ ਹੀ ਪਤਾ ਲੱਗਿਆ था जी। ਤੇ ਜੇਕਰ ਕੋਈ ਤੁਹਾਡੇ ਨਾਲ ਸਿੱਧਾ ਸੰਪਰਕ ਕਰੇ, ਅਸੀਂ ਤੁਹਾਨੂੰ ਪਹਿਲੀ ਵਾਰ ਮਿਲੇ ਆ, ਕਦੇ ਦੇਖਿਆ ਵੀ ਨਹੀਂ। देखो बिल्कुल जद मर्जी संपर्क कर सका जी। ਆਪਾਂ ਕੋਈ ਰਿਸ਼ਵਤ ਲੇਗਾ ਨਹੀਂ ਬੋਲ ਰਹੇ। ਬਹੁਤ ਖੂਬ। ਕੋਈ ਰਿਸ਼ਵਤ ਲੇਗਾ ਬੋਲ ਰਹੇ ਹਾਂ। ਜੇ ਆਪਾਂ ਨੂੰ ਦਿੱਕਤ ਤੇ ਆਰਾਮ ਆਇਆ ਜਦ ਹੀ ਬੋਲ ਰਹੇ ਹਾਂ। ਜ਼ਿੰਦਾਬਾਦ। ਹਾਂ, ਤੁਸੀਂ ਬਾਈ ਜੀ ਚੜ੍ਹਦੀ ਕਲਾ ਚ ਰਹੋ, ਤੁਸੀਂ ਘੋੜੇ ਵਰਗੇ ਬਣ ਜਾਓ। ਬਿਲकुल ਜੀ। ਅਸੀਂ ਨੰਬਰ ਦੇ ਦਿਓ ਜੀ ਮੇਰਾ, ਵਿੱਚ ਮੈਂ ਕੋਈ ਦਿੱਕਤ ਨਹੀਂ, ਆਪਾਂ ਨੂੰ ਸੰਪਰਕ ਕਰ ਲੇਗਾ। ਠੀਕ ਹੈ। ਜੋ ਸੱਚਾਈ ਹੋਵੇਗੀ ਉਹ ਬਤਾਵਾਂਗੇ। ਬਹੁਤ ਖੂਬ ਬਾਈ ਜੀ, ਇਵੇਂ ਚਾਹੀਦਾ। ਦੇਖੋ ਜੀ, ਇਹ ਜਿੰਨੇ ਵੀ ਸੱਜਣ ਬੈਠੇ ਨੇ, ਕਿਉਂਕਿ ਅਸੀਂ ਸਵੇਰੇ ਸਵੇਰੇ ਆਏ ਆ, ਕੁਝ ਕੁ ਮਸਰੂਫੀਅਤ ਸੀ ਸਾਡੀ, ਇਸ ਕਰਕੇ ਅਸੀਂ ਦੁਪਹਿਰ ਦੇ ਵੇਲੇ ਤਿੱਖੜ ਦੁਪਹਿਰੇ ਨਹੀਂ ਆ ਸਕੇ। ਪਰ ਜਿੰਨੇ ਸੱਜਣ ਨੇ, ਇਹਨਾਂ ਨੂੰ ਅਸੀਂ ਪਹਿਲੀ ਵਾਰ ਹੀ ਮਿਲ ਰਹੇ ਆ, ਇਹਨਾਂ ਦੇ ਆਪੋ ਆਪਣੇ ਵਿਚਾਰ ਆ। ਸਤਿ ਸ੍ਰੀ ਅਕਾਲ ਜੀ।
ਠੀਕ ਠਾਕ ਹੋ? ਤੁਸੀਂ ਕਿਹੜੀ ਥਾਂ ਤੋਂ ਆਏ ਜੀ? ਮੈਂ ਮੋਹਾਲੀ ਤੋਂ ਆਇਆ ਜੀ। ਮੋਹਾਲੀ ਤੋਂ। ਹਾਂਜੀ। ਕੀ ਤੁਹਾਡਾ ਸ਼ੁਭ ਨਾਂ? ਮੇਰਾ ਡਾਕਟਰ ਗੁਰਜੋਤ ਸਿੰਘ, ਖੇਤੀਬਾੜੀ ਡਾਕਟਰ ਹਾਂ ਮੈਂ ਜੀ। ਖੇਤੀਬਾੜੀ ਦੇ ਡਾਕਟਰ ਹੋ? ਹਾਂਜੀ, ਖੇਤੀਬਾੜੀ ਦਾ ਫਸਲਾਂ ਨੂੰ ਠੀਕ ਕਰਦੇ ਹੋ। ਹਾਂਜੀ। ਆਪ ਕਿਹੜੇ ਰੋਗ ਤੋਂ ਗ੍ਰਸਤ ਹੋ ਗਏ? ਇਹ ਮੇਰੀ 62 ਸਾਲ ਦੀ ਉਮਰ ਹੋ ਗਈ ਜੀ। ਇਹ ਸ਼ੂਗਰ ਹੈ। ਸ਼ੂਗਰ ਹੈ ਤੁਹਾਨੂੰ? ਹਾਂਜੀ। ਤੇ ਕਿਉਂਕਿ 62 ਸਾਲ ਉਮਰ ਵੀ ਯਾਨੀ ਉਮਰ ਦੇ ਹਿਸਾਬ ਨਾਲ ਵੀ ਇਹਨਾਂ ਨੂੰ ਲਾਈਫ ਸਟਾਈਲ ਡਿਜ਼ੀਜ਼ਸ ਵੀ ਕਹਿੰਦੇ ਆ ਆਪਾਂ, ਪੀਜੀਆਈ ਵਾਲੇ, ਜਿਹੜੇ ਕਿ ਬਈ ਹੋਰ ਇਹਦੇ 'ਚ ਉਹ ਕੋਈ ਨਹੀਂ ਹੁੰਦਾ। ਤੇ ਇਹ ਯਾਨੀ ਇੱਕ ਮਤਲਬ ਉਹ ਹੈਗੀ ਇਹਨੂੰ ਖਾਣ ਪਾਨ ਜਾਂ ਇਹ ਜਿਹੜੀ ਹੁਣ ਮੈਂ ਦਵਾਈ ਇੱਥੇ ਲਈ ਹੈ ਇਹਨਾਂ ਤੋਂ, ਹੁਣ ਮੇਰੀ ਅੰਗਰੇਜ਼ੀ ਦਵਾਈ ਜਿਹੜੀ ਹੈ 1 ਮਹੀਨੇ ਬਾਅਦ ਖਤਮ ਹੋ ਚੁੱਕੀ ਹੈ ਅੰਗਰੇਜ਼ੀ ਦਵਾਈ। ਡਾਕਟਰ ਸਾਹਿਬ ਕਿੰਨੀ ਦੇਰ ਪਹਿਲਾਂ ਤੋਂ ਤੁਸੀਂ ਇੱਥੇ ਆਉਣਾ ਸ਼ੁਰੂ ਕੀਤਾ ਤੇ ਕਿੰਨੀ ਦੇਰ ਤੋਂ ਤੁਹਾਨੂੰ ਸਮੱਸਿਆ ਚੱਲਦੀ ਸੀ? ਇਹ ਸਮੱਸਿਆ ਤਾਂ ਹੋਏਗੀ ਮੈਨੂੰ 2 ਸਾਲ ਤੋਂ ਘੱਟੋ ਘੱਟ। ਉਹ ਆਪਣੀ ਆ ਮੈਟਮੋਰਫਿਨ ਖਾ ਲਓ ਜੀ, ਅੰਗਰੇਜ਼ੀ ਦਵਾਈ ਜਿਹੜੀ ਤੁਹਾਨੂੰ ਪਤਾ ਹੀ ਹੈ, ਦਿਨ 'ਚ 1 ਵਾਰੀ ਖਾ ਲਓ, 2 ਵਾਰੀ ਖਾ ਲਓ। ਤੇ ਨਹੀਂ ਤਾਂ ਇਹ ਹੁਣ ਆ ਕੇ ਮੇਰੀ ਅੰਗਰੇਜ਼ੀ ਦਵਾਈ ਬਿਲਕੁਲ 1 ਮਹੀਨੇ ਵਿੱਚ ਅੰਗਰੇਜ਼ੀ ਦਵਾਈ ਹਟ ਗਈ ਹੈ। ਉਹ ਨਹੀਂ ਖਾ ਰਿਹਾ, ਮੈਂ ਸਗੋਂ ਦੇਖ ਰਿਹਾ ਸੀ, ਟੈਸਟ ਕਰ ਰਿਹਾ ਸੀ, ਤੇ ਸਿਰਫ ਇਹੀ ਜਿਹੜੀਆਂ ਦਿਨ 'ਚ 3 ਪੁੜੀਆਂ ਉਹ ਖਾਂਦਾ ਆਯੁਰਵੈਦਿਕ ਦੀਆਂ, ਜਿਹੜੇ ਡਾਕਟਰ ਸਾਹਿਬ। ਮੈਂ ਨਾ ਵੱਧ ਤੋਂ ਵੱਧ ਤੁਹਾਡੇ ਨਾਲ ਗੱਲ ਕਰਨੀ, ਕਿਉਂਕਿ ਤੁਸੀਂ ਡਾਕਟਰ ਸਾਹਿਬ ਹੋ, ਪੜ੍ਹੇ ਲਿਖੇ ਹੋ, ਖੇਤੀਬਾੜੀ ਮਹਿਕਮੇ ਨਾਲ ਜੁੜੇ ਹੋ, ਪਰ ਨਿੱਕਾ ਜਿਹਾ ਵਕਫਾ ਲੈ ਲਈਏ ਤੇ ਗੱਲਬਾਤ ਆਪਾਂ ਇੱਥੋਂ ਤੁਹਾਡੀ ਤੰਦਰੁਸਤੀ ਤੋਂ ਸ਼ੁਰੂ ਕਰਦੇ ਹਾਂ। ਠੀਕ ਹੈ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਹਾਜ਼ਰ ਹਾਂ। ਅਸੀਂ ਇਸ ਵੇਲੇ ਸਮਰਾਲੇ ਦੇ ਵਿੱਚ ਦੁੱਖ ਦੂਰ ਦਵਾਖਾਨਾ, ਜਿਹੜਾ ਕਿ ਵੈਦ ਜਗਤਾਰ ਪੰਨੂ ਹੋਰਾਂ ਦਾ, ਉੱਥੇ ਪਹੁੰਚੇ ਹੋਏ ਹਾਂ ਤੇ ਅਸੀਂ ਕੁਝ ਕੁ ਸ਼ਖਸੀਅਤਾਂ ਨਾਲ, ਵੀਰਾਂ ਭੈਣਾਂ ਦੇ ਨਾਲ ਗੱਲਬਾਤ ਕੀਤੀ ਆ। ਭੈਣ ਜੀ ਇੱਥੇ ਬੈਠੇ ਨੇ ਤੇ ਕੁਝ ਕੁ ਹੋਰ ਗੱਲਾਂ ਬਾਤਾਂ ਕਰਾਂਗੇ। ਡਾਕਟਰ ਸਾਹਿਬ ਦੇ ਨਾਲ ਗੱਲਬਾਤ ਆਪਾਂ ਵਿਚਾਲੇ ਛੱਡੀ ਸੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਦਾਂ ਦੇ ਬਾਰੇ ਬਹੁਤ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ। ਵੈਦ ਤੇ ਛੇਤੀ ਕਿਤੇ ਯਕੀਨ ਕਰਨ ਨੂੰ ਚਿੱਤ ਨਹੀਂ ਕਰਦਾ, ਪਰ ਤੁਸੀਂ ਤਾਂ ਪੜ੍ਹੇ ਲਿਖੇ ਹੋ, ਸੇਵਾ ਮੁਕਤੋਂ ਬਹੁਤ ਵੱਡੇ ਅਹੁਦੇ ਦੇ ਉੱਤੇ ਰਹੇ ਹੋ। ਇੱਥੇ ਕਿਵੇਂ ਯਕੀਨ ਵੱਜਿਆ ਤੇ ਇੱਥੇ ਆਉਣਾ ਕਿਵੇਂ ਹੋਇਆ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਇਸ ਜਿਹੜੇ ਆਪਣਾ ਡਾਕਟਰ ਸਾਹਿਬ ਦਾ ਯਾਨੀ ਕਿ ਵੈਦ ਸਾਹਿਬ ਦਾ ਜਿਹੜਾ ਆਪਾਂ ਇਹ ਪਤਾ ਲੱਗਿਆ ਮੈਨੂੰ, ਉਸ ਪ੍ਰੋਗਰਾਮ 'ਚ ਇਹ ਜਿਹੜੇ ਆਪਣੇ ਵੈਦ ਜੀ ਹੈ ਇਹਨਾਂ ਦੀ ਇੰਟਰਵਿਊ ਲਈ ਗਈ। ਔਰ ਟਹਿਣਾ ਸਾਹਿਬ ਤੇ, ਕਿਉਂਕਿ ਸਾਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਮੈਂ ਕਹਿੰਦਾ ਉਹ ਵਿਸ਼ਵਾਸ ਕਰਦਾ ਹੈ, ਤੇ ਮੈਂ ਕਮੈਂਟਸ ਵੀ ਪਿੱਛੇ ਉਹਦੇ ਮਤਲਬ ਉਹਦੇ ਥੱਲੇ ਦੇਖਦਾ ਕਈ ਵਾਰੀ, ਤੇ ਇਹ ਉੱਥੋਂ ਮੈਨੂੰ ਪਤਾ ਲੱਗਾ। ਤੇ ਮੇਰੀ ਤੀਵੀਂ ਨੇ ਮੈਨੂੰ ਕਿਹਾ ਬਈ ਮੈਨੂੰ ਵੀ ਕੋਈ ਦਿੱਕਤਾਂ ਹੈ ਤੇ ਆਪਾਂ ਉੱਥੇ ਚੱਲਦੇ ਹਾਂ। ਮੈਂ ਸੋਚਿਆ ਸੀ ਸਮਰਾਲੇ ਮੈਨੂੰ ਲੱਭਣਾ ਕਿੱਥੇ, ਅੱਡੇ ਤੇ ਜਾ ਕੇ ਉੱਥੇ ਰੌਲਾ ਪਾਵਾਂਗਾ ਕਿ ਬਈ ਕਿਤੇ ਕੋਈ ਪ੍ਰੋਗਰਾਮ ਹੈਗਾ ਜਾਂ ਬਈ ਆਹ ਕੋਈ ਵੈਦ ਜੀ ਹੁੰਦੇ ਆ। ਪਰ ਜਦ ਮੈਂ ਰਾਹ 'ਚ ਇੱਕ ਆਟੋ ਵੇਖਿਆ ਜਿਹਦੇ ਉੱਪਰ ਇਹ ਲਿਖਿਆ ਸੀ ਕਿ ਬਈ ਮਰੀਜ਼ਾਂ ਲਈ ਫ੍ਰੀ ਸਰਵਿਸ, ਤੇ ਉੱਥੋਂ ਮੈਂ ਉਸੇ ਵੇਲੇ ਉੱਥੇ ਵੇਖਿਆ ਸੜਕ ਦੇ ਦੂਜੇ ਪਾਸੇ ਉੱਥੇ ਗੱਡੀਆਂ ਖੜੀਆਂ ਸੀਗੀਆਂ, ਉੱਥੇ ਵੈਦ ਸਾਹਿਬ ਦਾ ਇੰਨਾ ਵਧੀਆ ਕਲੀਨਿਕ ਸੀਗਾ। ਇੱਥੇ ਮੈਂ ਜਦ ਰਜਿਸਟ੍ਰੇਸ਼ਨ ਕਰਾਈ, ਉਹ ਮੈਨੂੰ ਕਹਿੰਦੇ ਜੀ ਤੁਸੀਂ ਬਾਹਰ ਜਾ ਕੇ ਲੰਗਰ ਛਕੋ। ਮੈਂ ਕਿਹਾ ਵੀ ਡਾਕਟਰ ਦਾ ਕਦੀ ਕਿਤੇ ਨੂੰ ਪਾਣੀ ਨਹੀਂ ਪੁੱਛਦਾ ਹੁੰਦਾ, ਤੇ ਇਹ ਇੱਥੇ ਕਹਿੰਦੇ ਵੀ ਲੰਗਰ ਛਕੋ ਤੁਸੀਂ। ਤੇ ਫਿਰ ਉਸ ਤੋਂ ਬਾਅਦ ਮੈਂ ਦਵਾਈ ਲੈ ਕੇ ਗਿਆ, ਤੇ ਜਿਵੇਂ ਮੈਂ ਪਹਿਲੇ ਦੱਸਿਆ ਕਿ ਵੀ ਦਵਾਈ ਦਾ ਮੈਨੂੰ ਅਸਰ ਹੋਇਆ। ਕਿੰਨੇ ਫੀਸਦੀ ਡਾਕਟਰ ਸਾਹਿਬ ਅਸਰ ਹੋਇਆ ਹੋਊਗਾ ਹੁਣ ਤੱਕ? ਕਿੰਨੇ ਫੀਸਦੀ? ਮੈਨੂੰ ਉਹ ਅੰਗਰੇਜ਼ੀ ਦਵਾਈ ਮੈਂ ਨਹੀਂ ਖਾਂਦਾ ਜੀ। ਇਹਨਾਂ ਦੀ ਦਵਾਈ ਜਿਹੜੀ ਹੈਗੀ, ਤੰਦਰੁਸਤੀ ਕਿੰਨੇ ਫੀਸਦੀ ਹੈ? ਤੰਦਰੁਸਤੀ ਤਾਂ ਮੈਂ ਭੱਜਿਆ ਫਿਰਦਾ ਜੀ। 62 ਸਾਲ ਤੋਂ ਜ਼ਿਆਦਾ ਮੇਰੀ ਉਮਰ ਹੈ। ਮੈਂ ਤਾਂ ਲੋਕਾਂ ਨੂੰ ਉਹੀ ਦੱਸਦਾ ਬਈ ਪੰਜਾਬ ਸੂਬੇ ਦੀ ਤਰੱਕੀ ਲਈ ਤੁਸੀਂ ਕੰਮ ਕਰੋ। ਜਿਹੜਾ ਜ਼ਮੀਂਦਾਰਾਂ ਦਾ ਇੰਨਾ ਵੱਡਾ ਖੁਦਕੁਸ਼ੀਆਂ ਹੁੰਦੀਆਂ ਮਾਨਸਾ ਜ਼ਿਲ੍ਹੇ 'ਚ, ਆਪਣੇ ਇਸ 'ਚ ਸੰਗਰੂਰ ਜ਼ਿਲ੍ਹੇ 'ਚ, ਤੇ ਜਿਹੜਾ ਜ਼ਮੀਂਦਾਰ ਉੱਥੇ ਸੜਕਾਂ ਤੇ ਬੈਠਿਆ ਹੈ, ਉਹਨਾਂ ਲਈ ਕੀ ਬਈ ਇਹ ਆਰਥਿਕ ਤੰਗੀ ਹੈ। ਜੋ ਕੁਝ ਵੀ ਹੈ ਆਰਥਿਕ ਤੰਗੀ ਹੈ, ਉਹਨੂੰ ਆਪਾਂ ਕਿਵੇਂ ਸੁਧਾਰ ਸਕਦੇ ਹਾਂ। ਮੈਂ ਕਿੰਨੇ ਹੀ ਮਹਿਕਮੇ, ਇਹ ਮੈਂ ਇਸ ਤੋਂ ਪਹਿਲੇ ਪੰਜਾਬ ਨੈਸ਼ਨਲ ਬੈਂਕ ਦੇ ਕਿਸਾਨ ਸਿਖਲਾਈ ਕੇਂਦਰ ਸ਼ਮਸ਼ੇਰ ਨਗਰ ਸਰਹੰਦ ਵਿੱਚ ਕੰਮ ਕਰਦਾ ਸੀ ਖੇਤੀਬਾੜੀ ਡਾਕਟਰ ਦੇ ਤੌਰ ਤੇ ਹੁਣ ਵੀ ਜੇ ਮੈਨੂੰ ਪੁੱਛਿਆ ਜਾਏ ਤਾਂ ਮੈਂ ਦੱਸ ਸਕਦਾ ਵੀ ਜਿੰਨੀ ਕੁ ਮੇਰੀ ਸਮਝ ਹੈ ਕਿ ਆਪਾਂ ਆਪਣੀ ਜਿਹੜੇ ਸਰੀਰ ਨੂੰ ਕਿੱਦਾਂ ਵਧੀਆ ਰੱਖੀਏ, ਤੇ ਆਮਦਨ ਵੀ ਕਿਵੇਂ, ਯਾਨੀ ਦਿਹਾੜੀ ਜਿਹੜੀ ਹੈ, ਆਪਾਂ ਕਹਿੰਦੇ ਆ ਬਈ ਕੋਈ ਵੀ ਬੰਦਾ ਆਉਂਦਾ ਉਹਨੂੰ ਘੱਟੋ ਘੱਟ ਦਿਹਾੜੀ ਕਮਾਉਣ ਦਾ ਤਾਂ ਹੱਕ ਹੈ। ਇੱਕ ਖੇਤ ਮਜ਼ਦੂਰ ਹੈ ਤੇ ਇੱਕ ਭਾਵੇਂ ਹੋਰ ਜਿਹੜਾ ਫੈਕਟਰੀ ਦਾ ਵਰਕਰ ਹੈ, ਉਹਨੂੰ ਯਾਨੀ ਉਹ ਤਾਂ ਮਿਲੇ ਨਾ ਘੱਟੋ ਘੱਟ, ਤੇ ਉਹ ਤਾਂ ਹੀ ਮਿਲੇਗੀ। ਹੁਣ ਦੇਖੋ ਜੀ, ਇਹਦੇ 'ਚ ਖੇਤੀਬਾੜੀ 'ਚ ਕਿੰਨੀ ਵਧੀਆ ਚੀਜ਼ਾਂ ਆ ਗਈਆਂ। ਪਹਿਲੇ ਹਰਿਤ ਕ੍ਰਾਂਤੀ, ਗ੍ਰੀਨ ਰੈਵੋਲੂਸ਼ਨ ਲਈ ਆਪਾਂ ਕੰਮ ਕਰਦੇ ਸੀ, ਹੁਣ ਆਪਾਂ ਨੂੰ ਜੈਵਿਕ ਖੇਤੀ, ਆਰਗੈਨਿਕ ਫਾਰਮਿੰਗ, ਉਹ ਜਿਹੜੀ ਹੈ ਉਹਨੂੰ ਵਧਾਉਣਾ ਪਏਗਾ। ਸੈਂਟਰ ਗਵਰਨਮੈਂਟ ਤੋਂ ਉਹਦੀਆਂ ਵੀ ਸਬਸਿਡੀਆਂ, ਲਾਲ ਗੰਡੋਇਆਂ ਦੀ ਖਾਦ, ਇੰਨੀ ਵਧੀਆ ਚੀਜ਼ ਹੈ ਕਿ ਪੁੱਛੋ ਨਾ ਜੀ, ਅਸਲੀ ਘਿਓ ਹੈ। ਤੇ ਉਹ ਆਪਾਂ ਨੂੰ, ਜਿਵੇਂ ਰੋਪੜ ਬਿਰਲਾ ਫਾਰਮ ਸੀ, ਉੱਥੇ ਵੀ ਇਹੀ ਚੀਜ਼ਾਂ ਬਣਦੀਆਂ ਸੀ। ਆਪਾਂ ਨੂੰ ਆਪਣੇ ਸੂਬੇ ਨੂੰ ਹੋਰ ਵਧੀਆ ਤਰੱਕੀ, ਯਾਨੀ ਹੋਰ ਉਹਦੀ ਅੱਗੇ ਉਹਨੂੰ ਵਧਾਉਣਾ ਪਏਗਾ। ਬਹੁਤ ਖੂਬ। ਤੇ ਇਹ ਤੁਹਾਡੇ ਮਿਸਿਸ ਨੇ ਜੀ? ਭੈਣ ਜੀ ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਠੀਕ ਆ, ਬਿਲਕੁਲ। ਭੈਣ ਜੀ ਕੀ ਸਮੱਸਿਆ ਕੀ ਆਈ ਸੀ ਸਿਹਤ ਦੀ? ਬਾਈ ਜੀ ਦੱਸਦੇ ਸੀਗੇ ਵੀ ਕੁਝ ਕੁ ਸਮੱਸਿਆਵਾਂ ਤੁਹਾਨੂੰ ਵੀ ਹੈ। ਹਾਂਜੀ, ਮੈਨੂੰ ਮੇਨ ਪ੍ਰੋਬਲਮ ਆਈ ਸੀਗੀ ਕਿ ਮੇਰੇ ਗੋਡੇ ਜਿਹੜੇ ਸੀਗੇ ਉਹ ਇੰਨੇ ਦੁਖਣ ਲੱਗ ਗਏ ਸੀ ਕਿ ਮੈਨੂੰ ਚੱਲਣਾ ਮੁਸ਼ਕਿਲ ਹੋ ਗਿਆ ਸੀ। ਮੈਂ ਸੋਚਿਆ ਸੈਰ ਕਰਾਂਗੀ ਤਾਂ ਸ਼ਾਇਦ ਠੀਕ ਹੋ ਜਾਵਾਂਗੀ, ਪਰ ਜਦੋਂ ਅਸੀਂ ਇੱਥੇ ਡਾਕਟਰ ਸਾਹਿਬ ਕੋਲ ਆਏ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸੈਰ ਬੰਦ ਕਰੋ, ਸੈਰ ਘੱਟ ਕਰੋ, ਪਹਿਲੇ ਗੋਡਿਆਂ ਦੀ ਗਰੀਸ ਪਵਾਓ। ਤੇ ਉਹ ਗਰੀਸ ਦੀ ਮੈਂ ਦਵਾਈ ਲੈਂਦੀ ਰਹੀ ਹਾਂ, ਤੇ ਹੁਣ ਮੈਂ ਦੂਸਰਾ ਮਹੀਨਾ ਹੋ ਰਿਹਾ, ਅੱਜ ਮੈਂ ਦਵਾਈ ਲੈਣ ਆਈ ਹਾਂ। ਅੱਛਾ, ਜਦੋਂ ਤੁਸੀਂ ਦਵਾਈ ਲੈਣੀ ਸ਼ੁਰੂ ਕੀਤੀ ਉਦੋਂ ਤੁਹਾਡੇ ਗੋਡੇ ਕਿੰਨੇ ਕੁ ਦੁਖਦੇ ਸੀ ਤੇ ਹੁਣ ਕਿੰਨਾ ਕੁ ਅੰਤਰ ਆ, ਫਰਕ ਕਿੰਨਾ ਕੁ?
ਉਦੋਂ ਮੈਨੂੰ ਚੱਲਣਾ ਮੁਸ਼ਕਿਲ ਹੋ ਰਿਹਾ ਸੀ। ਹੁਣ ਮੈਂ ਬਹੁਤ ਐਕਟਿਵ ਹਾਂ। ਹੁਣ ਮੈਂ ਘਰ ਦਾ ਸਾਰਾ ਕੰਮ ਆਪ ਕਰ ਲੈਂਦੀ ਹਾਂ ਔਰ ਕਾਫੀ ਮੈਂ ਤੁਰਦੀ ਫਿਰਦੀ ਹਾਂ। ਮੈਨੂੰ ਕੋਈ ਦਰਦ ਨਹੀਂ ਹੈ, ਕੋਈ ਤਕਲੀਫ ਨਹੀਂ ਹੈ। ਮੈਂ ਬਿਲਕੁਲ ਤੰਦਰੁਸਤ ਹਾਂ। ਇਹ ਨਾ ਅੱਜ ਡਾਕਟਰ ਸਾਹਿਬ ਇੰਟਰਵਿਊ ਇੱਥੇ ਆ ਕੇ ਲੈਣ ਦਾ ਕਾਰਨ ਇਹ ਸੀ ਵੀ ਕੁਝ ਕੁ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਸੀਗੀ ਨਾ ਪੱਖੀ। ਵੱਡੀ ਗਿਣਤੀ ਦੇ ਵਿੱਚ ਪ੍ਰਤੀਕਿਰਿਆ ਸਾਨੂੰ ਫੋਨ ਦੇ ਉੱਤੇ ਆਈ ਸੀ ਹਾਂ ਪੱਖੀ। ਅਸੀਂ ਆਖਿਆ ਵੀ ਅਸੀਂ ਪਹਿਲੀ ਇੰਟਰਵਿਊ ਕੀਤੀ ਆ, ਪਹਿਲੀ ਮੁਲਾਕਾਤ ਕੀਤੀ ਹੈ ਵੀ ਕੀ ਅਸੀਂ ਸਹੀ ਕੀਤੀ ਆ, ਜਾ ਕੇ ਉਸ ਥਾਂ ਦੇ ਉੱਤੇ ਦੇਖ ਕੇ ਆਏਗੇ ਵੀ ਕੀ ਕੁਛ ਲੋਕ ਕਹਿੰਦੇ ਆ ਜੋ ਰੋਗ ਗ੍ਰਸਤ ਆ ਜਾਂ ਤੰਦਰੁਸਤ ਹੋਏ ਆ ਜਾਂ ਨਹੀਂ ਹੋਏ, ਉਹਨਾਂ ਦੇ ਕੀ ਕਹਿਣੇ ਹੈਗੇ ਆ। ਅਸੀਂ ਡਾਕਟਰ ਸਾਹਿਬ ਨੂੰ ਵੀ ਅੰਦਰ ਜਾ ਕੇ ਕੁਝ ਕੁ ਸਵਾਲ ਪੁੱਛਣੇ ਆ, ਕਿਉਂਕਿ ਇੱਕ ਸੱਜਣ ਨੇ ਇਹ ਗੱਲ ਦੱਸੀ ਆ ਵੀ ਇੱਥੇ ਸਾਡੇ ਕੋਲ ਪਹਿਲਾਂ ਲਿਖਵਾਇਆ ਗਿਆ ਕਿ ਭਾਈ ਅਸੀਂ ਦਵਾਈ ਦੇ ਖੁਦ ਜ਼ਿੰਮੇਵਾਰ ਹੋਵਾਂਗੇ। ਕੁਝ ਕੁ ਹੋਰ ਗੱਲਾਂ ਵੀ ਜਿਹੜੀਆਂ ਉਹ ਡਾਕਟਰ ਸਾਹਿਬ ਦੇ ਕੋਲੋਂ ਪੁੱਛਾਂਗੇ। ਭੈਣ ਜੀ, ਇਹ ਫਿਰ ਜਿਹੜੀਆਂ ਤੁਹਾਡੀ ਗੋਡਿਆਂ ਦੀ ਸਮੱਸਿਆ ਤੁਸੀਂ ਕਹਿ ਰਹੇ ਹੋ ਵੀ ਠੀਕ ਹੋਣ ਵੱਲ ਵੱਧ ਰਹੀ ਹੈ, ਤੇ ਉਸ ਤੋਂ ਬਾਅਦ ਤਾਂ ਜਿਵੇਂ ਕਹਿੰਦੇ ਨਾ ਵੀ ਇੱਕ ਬੰਦਾ ਬਾਹਰ ਚਲਾ ਜਾਵੇ ਤਾਂ 20-25 ਬੰਦਿਆਂ ਦੇ ਹੋਰਾਂ ਦੇ ਪੈਸੇ ਏਜੰਟ ਕੋਲੇ ਪਹੁੰਚਾ ਦਿੰਦਾ, ਤੇ ਇੱਕ ਬੰਦਾ ਕਿਸੇ ਡਾਕਟਰ ਕੋਲੋਂ ਠੀਕ ਹੋ ਜਾਏ ਤੇ 20 ਜਣਿਆਂ ਨੂੰ ਹੋਰ ਵੀ ਭੇਜਦਾ। ਫਿਰ ਤੁਸੀਂ ਹੋਰ ਕਿਸੇ ਦੇ ਨਾਲ ਵੀ ਗੱਲ ਕੀਤੀ ਵੀ ਭਾਈ ਗੋਡੇ ਐ 9/9 ਹੋ ਜਾਂਦੇ ਆ? ਹਾਂਜੀ, ਅਮਰੀਕਾ ਮੇਰੀਆਂ 2 ਭੈਣਾਂ ਰਹਿੰਦੀਆਂ ਨੇ, ਮੇਰੀ ਪਨੇਵੀ ਰਹਿੰਦੀ ਹੈ। ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਉਹਨੂੰ ਗਠੀਆ ਦੀ ਪ੍ਰੋਬਲਮ ਹੈ, ਤੇ ਭੈਣ ਜਿਹੜੀ ਹੈ ਮੇਰੀ ਉਹਦੀ ਮੋਢਿਆਂ ਦੀ ਪ੍ਰੋਬਲਮ ਹੈ। ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇੰਡੀਆ ਆਓ, ਮੇਰੇ ਕੋਲ ਰਵੋ ਤੇ ਇਹ ਦਵਾਈ ਜਿਹੜੀ ਹੈ ਸ਼ੁਰੂ ਕਰੋ। ਇਸ ਤੋਂ ਇਲਾਵਾ ਮੇਰੀ ਬੇਟੀ ਹੈ, ਉਹ ਬਹੁਤ ਐਕਸਾਈਟਿਡ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਦਵਾਈ ਲੈ ਕੇ ਆਓ, ਕਿਉਂਕਿ ਮੈਨੂੰ ਫਟੀਗ ਹੁੰਦੀ ਹੈ, ਐਂਟੀ ਏਜਿੰਗ ਦੀ ਦਵਾਈ ਚਾਹੀਦੀ ਹੈ, ਵਾਲ ਝੜਦੇ ਨੇ। ਉਹਨੇ ਮੈਨੂੰ ਪੂਰੀ ਅੱਜ ਲਿਸਟ ਦਿੱਤੀ ਹੈ ਜਿਹੜੀ ਕਿ ਮੈਂ ਉਹਨਾਂ ਦੀ ਦਵਾਈ ਲੈ ਕੇ ਜਾਣੀ ਹੈ ਜੀ। ਤੇ ਆਪਾਂ ਪਹਿਲੀ ਵਾਰੀ ਮਿਲੇ ਆ ਜੀ, ਇਸ ਤੋਂ ਪਹਿਲਾਂ ਤਾਂ ਕਦੇ ਮਿਲੇ ਸੀ? ਨਹੀਂ ਜੀ, ਨਹੀਂ, ਮੈਂ ਤਾਂ ਅੱਜ ਪਹਿਲੀ ਵਾਰੀ ਤੁਹਾਨੂੰ ਮਿਲੀ ਜੀ। ਬਹੁਤ ਮਿਹਰਬਾਨੀ, ਕਿਉਂਕਿ ਨਾ ਇਹ ਗੱਲ ਮੈਨੂੰ ਵਾਰ-ਵਾਰ ਇਸ ਕਰਕੇ ਦੱਸਣੀ ਜ਼ਰੂਰੀ ਹੈ ਵੀ ਮੇਰਾ ਪਹਿਲਾਂ ਨਾਲ ਕਿਸੇ ਨਾਲ ਕੋਈ ਰਾਬਤਾ ਨਹੀਂ ਹੋਇਆ ਤੇ ਮੇਰਾ ਕੋਈ ਨਿੱਜੀ ਮਕਸਦ ਨਹੀਂ, ਮੇਰਾ ਕੋਈ ਮਨਸ਼ਾ ਨਹੀਂ ਕਿ ਮੈਂ ਸਿਫਤਾਂ ਮੂੰਹ ਦੇ ਵਿੱਚੋਂ ਕਢਵਾਵਾਂ ਜੋ ਜਿਹਦੀ ਜਿਵੇਂ ਪ੍ਰਤੀਕਿਰਿਆ ਹੈ। ਜਿਵੇਂ ਕਿ ਉਧਰ ਇੱਕ ਬਾਈ ਜੀ ਦਾ ਸਵਾਲ ਸੀ ਕਿ ਇਹ ਜਿਹੜਾ ਪਹਿਲਾਂ ਲਿਖਵਾਇਆ ਜਾਂਦਾ ਵੀ ਭਾਈ ਦਵਾਈ ਦਾ ਮੈਂ ਖੁਦ ਜ਼ਿੰਮੇਵਾਰ ਆ, ਤੇ ਉਹ ਅਸੀਂ ਡਾਕਟਰ ਸਾਹਿਬ ਦੇ ਕੋਲ ਉੱਤਰ ਲੈਣੇ ਆ। ਹੋਰ ਭੈਣ ਜੀ ਠੀਕ ਠਾਕ ਹੋ ਜੀ? ਹਾਂ ਬਾਈ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਧਰਮਿੰਦਰ ਸਿੰਘ ਜੀ। ਤੁਸੀਂ ਇੱਥੇ ਨੌਕਰੀ ਕਰਦੇ ਹੋ? ਹਾਂਜੀ। ਅੱਛਾ, ਤੇ ਕਿੰਨੀ ਦੇਰ ਤੋਂ? ਹੋ ਗਏ 2 ਮਹੀਨੇ ਜੀ। 2 ਮਹੀਨੇ। ਤੇ ਦਿਨ ਦੇ ਵਿੱਚ ਕਿੰਨੇ ਕੁ ਮਰੀਜ਼ ਆਉਂਦੇ ਆ? ਨਿਰਪੱਖ ਰੱਬ ਨੂੰ ਜਾਣ ਦੇਣੀ ਆ ਵੀ ਭਾਈ ਲੋਕਾਂ ਦਾ ਕੀ ਕਹਿਣਾ ਆ ਕੇ, ਹਾਂ ਨਾ ਚੰਗਾ ਮਾੜਾ ਜੋ ਵੀ। ਹਾਂਜੀ ਹਾਂਜੀ ਸਰ, ਕਈ ਵਾਰ ਤਾਂ 50 ਆ ਜਾਂਦੇ ਨੇ, 50 ਤੋਂ ਪਲੱਸ ਵੀ ਹੋ ਜਾਂਦੇ ਨੇ, ਕਈ ਵਾਰ 50 ਤੋਂ ਮਤਲਬ ਮਰੀਜ਼ਾਂ ਦੀ ਗਿਣਤੀ 50 ਪਲੱਸ ਹੋ ਜਾਂਦੀ ਹਰ ਰੋਜ਼? ਹਾਂਜੀ, 50 ਪਲੱਸ ਵੀ ਹੋ ਜਾਂਦੀ ਹੈ, ਕਈ ਵਾਰ ਘੱਟ ਵੀ ਹੋ ਜਾਂਦੀ ਹੈ। ਅੱਛਾ। ਹਾਂਜੀ ਹਾਂਜੀ, ਮਰੀਜ਼ ਜਿੰਨੇ ਵੀ ਆਉਂਦੇ ਨੇ ਜ਼ਿਆਦਾਤਰ ਇਹੀ ਕਹਿੰਦੇ ਨੇ ਵੀ ਅਸੀਂ ਬਿਲਕੁਲ ਠੀਕ ਹਾਂ ਜੀ। ਹਾਂਜੀ। ਸਭ ਤੋਂ ਵੱਧ ਮਰੀਜ਼ ਕਿਹੜੀ ਸਮੱਸਿਆ ਦੇ ਆਉਂਦੇ ਆ? ਸਰ ਜ਼ਿਆਦਾਤਰ ਕੈਂਸਰ ਦੇ ਮਰੀਜ਼ ਆਉਂਦੇ ਨੇ। ਹਾਂਜੀ, ਜਾਂ ਲੀਵਰ ਦੇ ਜਾਂ ਕੈਂਸਰ ਦੇ। ਲੀਵਰ ਤੇ ਕੈਂਸਰ? ਕਿਉਂਕਿ ਜਦੋਂ ਪਿਛਲੀ ਵਾਰੀ ਡਾਕਟਰ ਸਾਹਿਬ ਦੇ ਨਾਲ ਇੰਟਰਵਿਊ ਕੀਤੀ ਸੀ ਵੈਦ ਸਾਹਿਬ ਨਾਲ, ਉਹ ਕਹਿੰਦੇ ਵੀ ਕੈਂਸਰ ਦਾ ਸਾਡਾ ਸ਼ਰਤੀਆ ਇਲਾਜ ਆ। ਤੇ ਮੈਂ ਇਹ ਸੋਚਿਆ ਜੀ ਕਿ ਇੱਥੇ ਜਾ ਕੇ, ਹਾਲਾਂਕਿ ਮੈਨੂੰ ਕੋਈ ਕੈਂਸਰ ਵਾਲਾ ਮਰੀਜ਼ ਮਿਲਿਆ ਨਹੀਂ, ਮੈਂ ਤਾਂ ਚਾਹੁੰਦਾ ਮਹਾਰਾਜ ਮੂਹਰੇ ਅਰਦਾਸ ਕਰਦਾ ਵੀ ਕਦੇ ਇਹੋ ਜਿਹਾ ਮਰੀਜ਼ ਮਿਲੇ ਵੀ ਨਾ, ਤੰਦਰੁਸਤੀ ਰਵੇ, ਹਰ ਬੰਦਾ ਕੈਂਸਰ ਮੁਕਤ ਹੋਵੇ। ਪਰ ਜੇਕਰ ਕੋਈ ਉਹ ਸ਼ਖਸੀਅਤ ਮਿਲੀ ਹੁੰਦੀ, ਉਹਨੂੰ ਵੀ ਸਵਾਲ ਅਸੀਂ ਕਰਨਾ ਸੀ। ਤੇ ਬਾਈ ਜੀ, ਲੋਕ ਕਿਹੋ ਜਿਹਾ ਪ੍ਰਭਾਵ ਦੇ ਕੇ ਜਾਂਦੇ ਆ? ਜੇਕਰ ਬੰਦਾ ਠੀਕ ਹੋ ਜੇ, ਦੜੰਗੇ ਮਾਰੇ, ਮੇਰੇ ਮਾਤਾ ਜੀ ਕੁਝ ਕੁ ਮਹੀਨੇ ਪਹਿਲਾਂ ਬਿਮਾਰ ਹੋ ਗਏ, ਉਹ ਤੰਦਰੁਸਤੀ ਦੇ ਵੱਲ ਵਧੇ, ਸਾਡੇ ਸਾਥੀਆਂ ਦੀਆਂ ਦੁਆਵਾਂ ਸਦਕਾ, ਪੈਸਾ ਵੀ ਬਥੇਰਾ ਲੱਗਾ। ਅਸੀਂ ਇਹ ਗੱਲ ਕਹਿੰਦੇ ਵੀ ਫਲਾਣੇ ਡਾਕਟਰ ਤੋਂ ਮੇਰੀ ਮਾਂ ਠੀਕ ਹੋਈ, ਤੁਸੀਂ ਵੀ ਜਾਓ। ਇੱਥੇ ਵੀ ਜਿਹੜੇ ਆਉਂਦੇ ਹੋਣੇ ਕਹਿੰਦੇ ਹੋਣਗੇ ਵੀ ਬਾਈ ਉੱਥੇ ਜਾਓ। ਫਿਰ ਲੋਕਾਂ ਨੂੰ ਜਦੋਂ ਸੁਣਦੇ ਆ ਤੇ ਫਿਰ ਮਨ ਦੇ ਵਿੱਚ ਕੀ ਖਿਆਲ ਆਉਂਦੇ ਆ? ਸਰ, ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੀ ਹਾਂ, ਸਾਡੇ ਵੈਦ ਸਾਹਿਬ ਜੀ ਦੀ ਦਵਾਈ ਨਾਲ ਬਹੁਤ ਮਰੀਜ਼ ਠੀਕ ਹੁੰਦੇ ਨੇ। ਉਹ ਸਾਡੇ ਕੋਲੋਂ ਜ਼ਿਆਦਾਤਰ ਹੋਰ ਵੀ ਕਾਰਡ ਲੈ ਕੇ ਜਾਂਦੇ ਨੇ ਵੀ ਹਾਂ ਅਸੀਂ ਹੋਰ ਵੀ ਅੱਗੇ ਮਰੀਜ਼ਾਂ ਨੂੰ ਭੇਜੀਏ ਵੀ ਅਸੀਂ ਇਹ ਤੋਂ ਠੀਕ ਹੋ ਗਏ, ਬਿਲਕੁਲ ਠੀਕ ਹੋ ਗਏ। ਠੀਕ ਆ। ਤੇ ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ। ਮੇਰੀ ਦਿਲੀ ਇੱਛਾ, ਕਿਉਂਕਿ ਇੱਥੇ ਜਿਹੜੇ ਭੈਣਾਂ ਵੀਰ ਬੈਠੇ ਸੀ ਉਹ ਵੀ ਗੱਲ ਕੀਤੀ ਹੈ, ਤੇ ਅੰਦਰਲਾ ਆਪਾਂ ਦ੍ਰਿਸ਼ ਦਿਖਾ ਦਈਏ, ਲੰਗਰ ਹਾਲ ਵੀ ਦਿਖਾ ਦਈਏ, ਤੇ ਫਿਰ ਜਿਹੜਾ ਬਾਕੀ ਬਚਦਾ ਸਮਾਂ ਉਹ ਆਪਾਂ ਵੈਦ ਜਗਤਾਰ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਤਿੱਖੇ ਸਵਾਲ ਆ ਜਿਹੜੇ ਹਾਜ਼ਰੀਨ ਦੇ, ਜਿਵੇਂ ਉਸ ਬਾਈ ਜੀ ਦਾ ਸਵਾਲ ਸੀਗਾ, ਹੋਰ ਵੀ ਕੁਝ ਸਵਾਲ ਆ ਉਹ ਕਰਾਂਗੇ। ਆ ਜਾਓ। ਅਸੀਂ ਜੀ ਹੁਣ ਇਸ ਵੇਲੇ ਲੰਗਰ ਹਾਲ ਦੇ ਵਿੱਚ ਖੜੇ ਆ। ਇਹ ਵੀ ਦਿਖਾਉਣਾ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਇਹ ਆ ਕਿਉਂਕਿ ਦੇਖੋ, ਦਵਾਈ ਲੈਣੀ ਨਾ ਲੈਣੀ ਇੱਕ ਵੱਖਰਾ ਵਿਸ਼ਾ, ਪਰ ਜੇ ਕਿਤੇ ਵੀ ਲੰਗਰ ਲੱਗਾ ਹੋਵੇ ਤੇ ਸਾਡੇ ਕਿਸੇ ਵੀ ਭੈਣ ਵੀਰ ਸੱਜਣ ਨੇ ਲਾਇਆ ਹੋਵੇ, ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ। ਇੱਥੇ ਵੱਡੀ ਗਿਣਤੀ ਦੇ ਵਿੱਚ ਲੰਗਰ ਤਿਆਰ ਕਰਨ ਵਾਲੇ ਕਰਮਚਾਰੀ ਆ, ਕਾਮੇ ਆ, ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਜਦੋਂ ਅਸੀਂ ਆਏ ਆ ਸਵੇਰੇ ਬ੍ਰੇਕਫਾਸਟ ਕਰਦੇ ਸੀ ਤੇ ਮੈਨੂੰ ਪਤਾ ਲੱਗਾ ਜੀ ਕਿ ਰਾਤ ਦੇ ਵੇਲੇ ਤੱਕ ਭੋਜਨ ਆ ਜਿਹੜਾ ਉਹ ਇੱਥੇ ਤਿਆਰ ਹੁੰਦਾ, ਤੇ ਇਹ ਸਾਰੇ ਜਿਹੜੇ ਸਾਥੀ ਇੱਥੇ ਲੰਗਰ ਤਿਆਰ ਕਰਦੇ ਆ।
ਤੇ ਜੇ ਆਪਾਂ ਪੀਜੀਆਈ ਵੀ ਜਾਈਏ ਜਾਂ ਕਿਸੇ ਹੋਰ ਥਾਂ ਤੇ ਜਾਈਏ, ਉੱਥੇ ਆਪਾਂ ਨੂੰ ਬਾਹਰੋਂ ਜਾ ਕੇ ਪਾਣੀ ਦੀ ਬੋਤਲ ਲੈਣੀ ਪੈਂਦੀ ਹੈ ਤੇ ਬਾਹਰੋਂ ਜਾ ਕੇ ਪ੍ਰਸ਼ਾਦਾ ਲੈਣਾ ਪੈਂਦਾ, ਤੇ ਬਾਹਰ ਜਿਹੜੇ ਮਰੀਜ਼ ਦੇ ਵਾਰਸ ਹੁੰਦੇ ਆ ਉਹ ਵੀ ਖੱਜਲ ਹੁੰਦੇ ਆ, ਤੇ ਇਹ ਇੱਥੇ ਤਿਆਰ ਕੀਤਾ ਜਾਂਦਾ। ਮੈਨੂੰ ਇਹ ਗੱਲ ਚੰਗੀ ਲੱਗੀ ਹੈ ਇੱਥੇ ਆ ਕੇ। ਤੇ ਗੱਲਬਾਤ ਦਾ ਸਿਲਸਿਲਾ ਜੀ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਤੇ ਪਹਿਲਾਂ ਲੈਣੇ ਇੱਕ ਨਿੱਕਾ ਜਿਹਾ ਵਕਫਾ ਤੇ ਬਾਕੀ ਰਹਿੰਦੇ ਸਮੇਂ ਦੇ ਵਿੱਚ ਵੈਦ ਜਗਤਾਰ ਪੰਨੂ ਨੂੰ ਸਵਾਲ ਕਰਦੇ ਆ। ਵੈਦ ਸਾਹਿਬ ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ। ਅੱਜ ਮੈਂ ਬਾਹਰੋਂ ਤਾਂ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ, ਤੁਹਾਨੂੰ ਖੁੱਲ੍ਹ ਕੇ ਸਵਾਲ ਕਰਨੇ ਤੇ ਤਿੱਖੇ ਸਵਾਲ ਕਰਨੇ ਆ। ਜਿੰਨੇ ਮਰਜ਼ੀ ਖੁੱਲੇ ਕਰਿਓ ਜੀ, ਜਿੰਨੇ ਮਰਜ਼ੀ ਤਿੱਖੇ ਕਰਿਓ। ਠੀਕ ਹੈ ਜੀ, ਬਸ ਮੇਰੀ ਬੇਨਤੀ ਹੈ ਜੀ ਕਿ ਇਹਨਾਂ ਦੇ ਵੀ ਲਾ ਦਿਓ ਮਾਈਕ ਤੇ ਮੈਂ ਆਉਣਾ ਉਧਰ ਤੇ ਫਿਰ ਕਰਦੇ ਗੱਲ। ਵੈਦ ਸਾਹਿਬ ਚੜ੍ਹਦੀ ਕਲਾ ਦੇ ਵਿੱਚੋਂ ਐਨ ਪੂਰੀ ਬੱਲੇ ਬੱਲੇ। ਵੈਦ ਸਾਹਿਬ ਬਹੁਤ ਸਾਰੇ ਸਵਾਲ ਆ ਅੱਜ ਮੇਰੇ ਜ਼ਿਹਨ ਦੇ ਵਿੱਚ, ਤੇ ਕੁਝ ਕੁ ਸਵਾਲ ਆਮ ਲੋਕਾਂ ਦੇ ਵੱਲੋਂ, ਦਰਸ਼ਕਾਂ ਦੇ ਵੱਲੋਂ ਭੇਜੇ ਗਏ ਵੀ ਆ। ਠੀਕ ਹੈ ਜੀ, ਚੰਗੀ ਗੱਲ ਹੈ ਜੀ। ਜਦੋਂ ਤੁਸੀਂ ਜਲੰਧਰ ਸਟੂਡੀਓ ਦੇ ਵਿੱਚ ਆਏ ਸੀ ਉਦੋਂ ਬਹੁਤ ਸਾਰੇ ਦਾਅਵੇ ਹੋਏ ਸੀ। ਹਾਂਜੀ। ਉਹਦੇ ਵਿੱਚੋਂ 80% ਲੋਕਾਂ ਨੇ ਗੱਲ ਕਹੀ ਕਿ ਅਸੀਂ ਫਲਾਣੀਆਂ ਸਮੱਸਿਆਵਾਂ ਤੋਂ ਤੰਦਰੁਸਤ ਹੋਏ ਆ। ਹਾਂਜੀ। ਕੁਝ ਕੁ ਨੇ ਕਿਹਾ ਕਿ ਨਹੀਂ ਹੋਏ। ਹਾਂਜੀ। ਮੈਨੂੰ ਇਹ ਦੱਸੋ ਜੀ ਕਿ ਮੈਂ ਪਹਿਲੀ ਵਾਰ ਦੇਖਿਆ ਜੋ ਬਾਹਰ ਜਦੋਂ ਰਿਸੈਪਸ਼ਨ ਦੇ ਉੱਤੇ ਬੀਬੀ ਜੀ ਬੈਠੇ ਨੇ, ਹਾਂਜੀ, ਉਹਨਾਂ ਦੀ ਪਰਚੀ ਦੇ ਉੱਤੇ ਲਿਖਿਆ ਹੋਇਆ, ਕੁਝ ਕੁ ਸਾਨੂੰ ਸੱਜਣਾ ਨੇ ਗੱਲ ਕਹੀ ਹੈ ਵੀ ਇਹ ਸਵਾਲ ਕਰਿਓ। ਹਾਂਜੀ। ਉਹਦੇ ਤੇ ਲਿਖਿਆ ਹੋਇਆ ਕਿ ਮੈਂ ਆਪਣੀ ਮਰਜ਼ੀ ਮੁਤਾਬਕ ਦਵਾਈ ਲੈ ਰਿਹਾ ਹਾਂ ਜਾਂ ਲੈ ਰਹੀ ਹਾਂ। ਹਾਂਜੀ। ਮੈਂ ਦਵਾਈ ਕਦੇ ਵਾਪਸ ਨਹੀਂ ਕਰੂੰ। ਇਹ ਕਿਉਂ ਲਿਖਣ ਦੀ ਲੋੜ ਪੈ ਗਈ? ਇਹ ਲੋੜ ਇਸ ਕਰਕੇ ਪਈ ਜੀ, ਬਹੁਤ ਮਰੀਜ਼ ਤੋਂ ਦਵਾਈ ਲੈ ਜਾਂਦੇ ਨੇ, ਖਾਧੀ ਹੁੰਦੀ ਨਹੀਂ, ਉੱਕਣ ਚੱਕ ਕੇ ਵਾਪਸ ਕਰਾਉਂਦੇ ਵੀ ਸਾਨੂੰ ਕਿਸੇ ਨੇ ਕਹਿਤਾ ਵੀ ਦੇਸੀ ਦਵਾਈ ਨਹੀਂ ਖਾਣੀ ਹੈਗੀ। ਸਾਨੂੰ ਫਿਰ ਮਜਬੂਰ ਹੋ ਕੇ ਲਿਖਣਾ ਪਿਆ ਹੈ ਵੀ ਅਸੀਂ ਪਹਿਲਾਂ ਹੀ ਅਸੀਂ ਪਤਾ ਗੱਲ, ਜਦੋਂ ਸਾਡੀ ਦਵਾਈ 100 ਪੈਸੇ ਕੰਮ ਕਰਦੀ ਆ, ਸਾਨੂੰ ਕੀ ਤਰ੍ਹਾਂ ਕਰਦੇ ਵਿੱਚ ਜੀ, ਜਿਹਨੂੰ ਲੋੜ ਹੋਵੇ ਦਵਾਈ ਲੈ ਕੇ ਜਾਊਗਾ ਜੀ, ਜਿਹੜਾ ਸਾਡੇ ਉੱਪਰ ਵਿਸ਼ਵਾਸ ਕਰੂਗਾ ਜੀ। ਸਾਨੂੰ ਇਹ ਆ ਵੀ ਜਿਹੜੇ ਕਈ ਬੰਦੇ ਲੋਕਾਂ ਮਗਰ ਲੱਗ ਕੇ ਵੀ ਨਾ ਜੀ ਨਾ, ਹੁਣ ਕਈ ਇੱਕ ਦਿਨ ਹੋਇਆ ਜਾਂਦਾ ਤਾਂ ਦਵਾਈ ਲੈਣਾ ਹੈ ਜੀ। ਅੱਛਾ। ਤੇ ਉਹ ਲੇਡੀ ਜੀ ਕਹਿੰਦੀ ਜੀ ਮੈਨੂੰ ਤਾਂ ਉਲਟੀਆਂ ਆਉਣ ਲੱਗ ਗਏ ਜੀ। ਚਲੋ ਅਸੀਂ ਜਦ ਦਵਾਈ ਦੇ ਕੇ ਉਹਦੇ ਵਿੱਚ ਦਵਾਈ ਖਾਧੀ ਉਹ ਨਹੀਂ ਹੋਈ, ਉਹ ਇੱਥੋਂ ਤੱਕ ਕਿ ਉਹ ਗੁਰਦੁਆਰੇ ਜਾਣ ਦੀ ਸੌਂਹਾਂ ਖਾਣ ਲੱਗ ਗਈ। ਉਹ ਦੱਸੋ ਕੋਈ ਹੱਦ ਹੁੰਦੀ ਇਸ ਗੱਲ ਦੀ ਕੋਈ? ਨਹੀਂ ਫਿਰ ਕਿਉਂ ਕਰਦੇ ਹੋਏ ਲੋਕ ਇਦਾਂ? ਕਿਉਂਕਿ ਜਿਹੜਾ ਬੰਦਾ ਚੱਲ ਕੇ ਆਉਂਦਾ ਉਹ ਤਾਂ ਤੰਦਰੁਸਤ ਹੋਣ ਲਈ ਆਉਂਦਾ ਨਾ। ਉਹ ਜਦੋਂ ਉਹਨੂੰ ਕੋਈ ਘਰ ਜਾ ਕੇ ਹੋਰ ਕੋਈ ਗੁਆਂਢੀ ਕਹਿੰਦੇ ਵੀ ਤੂੰ ਆਹ ਦੇਸੀ ਦਵਾਈ ਖਾਣ ਲੱਗੇ ਤੂੰ, ਇਹ ਉਹ ਡਰ ਜਾਂਦਾ ਜੀ। ਸਾਨੂੰ ਇਹ ਆ ਵੀ ਜਿਹੜਾ ਸਾਡੇ ਉੱਪਰ ਯਕੀਨ ਕਰੂਗਾ ਸਾਨੂੰ ਉਹੀ ਠੀਕ ਹੋਊਗਾ ਜੀ। ਉਹ ਜਿਹੜੇ ਮਾੜੇ ਮੋਟੇ ਨੈਗੇਟਿਵ ਬੰਦੇ ਹੋਣਗੇ ਉਹ ਸਾਡੇ ਕੋਲ ਦਵਾਈ ਨਾਲ ਨਾ ਆਉਣ, ਅਸੀਂ ਉਹਨਾਂ ਨੂੰ ਦਵਾਈ ਦੇ ਕੇ ਰਾਜੀ ਨਹੀਂ ਹੈਗੇ। ਅਸੀਂ ਨਾ ਜਦੋਂ ਤੁਹਾਡੇ ਦਵਾਖਾਨੇ ਦੇ ਅੰਦਰ ਵੜੇ ਆ, ਇੱਕ ਬੰਦੇ ਨੇ ਇਹ ਗੱਲ ਕਹੀ, ਸੱਜਣ ਨੇ, ਉਹ ਕਹਿੰਦੇ ਵੀ ਯਾਰ ਆਹ ਕੁਝ ਲਿਖਿਆ ਹੋਇਆ ਪਰਚੀ ਤੇ, ਇਹ ਸਵਾਲ ਜ਼ਰੂਰ ਪੁੱਛਿਓ। ਹਾਂਜੀ। ਮੈਂ ਕਿਹਾ ਜ਼ਰੂਰ ਪੁੱਛਾਂਗੇ। ਉਹ ਇਸ ਕਰਕੇ ਲਿਖਿਆ ਹੈ ਜੀ ਉਹ ਵੀ ਜਿਹੜੇ ਕੱਚੇ ਪਿੱਲੇ ਹੁੰਦੇ ਨੇ ਉੱਥੇ ਹੀ ਮੁੜ ਜਾਂਦੇ ਨੇ ਜੀ ਉਹ। ਇੱਕ ਬਾਈ ਜੀ ਬੜਾ ਮਹੱਤਵਪੂਰਨ ਹੋਰ ਸਵਾਲ ਆ ਵੀ ਜਿਹੜੇ ਸਾਡੇ ਸੱਜਣ ਨੇ, ਉਹਨਾਂ ਨੇ ਕਈਆਂ ਨੇ ਕਿਹਾ ਕਿ ਮਹਿੰਗੀ ਬਹੁਤ ਆ ਦਵਾਈ। ਹਾਂਜੀ। ਉਹ ਕਹਿੰਦੇ ਦਵਾਈ ਆ ਜਿਹੜੀ ਉਹ ਅਸੀਂ ਲੈਣ ਜਾਣਾ ਚਾਹੁੰਦੇ ਆ, ਪਰ ਸਾਨੂੰ ਪਤਾ ਲੱਗਾ ਵੀ ਬੇਹੱਦ ਮਹਿੰਗੀ ਆ। ਕਿੰਨੀ ਕੁ ਮਹਿੰਗੀ ਆ? ਜਦੋਂ ਦੇਖੋ ਹਰੇਕ ਦਵਾਈ ਦਾ ਇੱਕ ਦਵਾਈ ਹੁੰਦੀ ਹੈ ਤੁਸੀਂ ਜ਼ਿੰਦਗੀ ਭਰ ਖਾਣੀ ਆ, ਇੱਕ ਦਵਾਈ ਤੁਸੀਂ ਮਹੀਨਾ 2 ਮਹੀਨੇ ਖਾਣੀ ਆ। ਹੁਣ ਦੱਸੋ ਮਹਿੰਗੀ ਕਿਹੜੀ ਹੋਈ ਜੀ? ਲੰਮੇ ਸਮੇਂ ਵਾਲੀ। ਫਿਰ ਗੱਲ ਇਹ ਨਹੀਂ ਹੁੰਦੀ ਹੈਗੀ, ਉਹ ਬੰਦੇ ਬਾਹਰ ਜਿਹੜੇ ਬੰਦੇ ਸਾਡੇ ਕੋਲ ਮਰੀਜ਼ ਆਉਂਦੇ ਨੇ ਉਹ ਕਦੇ ਨਹੀਂ ਕਹਿਣਗੇ ਦਵਾਈ ਮਹਿੰਗੀ ਆ। ਅੱਛਾ। ਜਦੋਂ ਬੰਦਾ ਠੀਕ ਹੁੰਦਾ ਹੈ ਉੱਥੇ ਮਹਿੰਗੀ ਸਸਤੀ ਦੀ ਕੋਈ ਵੈਲਿਊ ਨਹੀਂ ਹੁੰਦੀ ਹੈਗੀ। ਵੈਲਿਊ ਉੱਥੇ ਹੁੰਦੀ ਹੈ ਵੀ ਤੁਸੀਂ ਪੈਸੇ ਵੀ ਖਰਚ ਵੀ ਠੀਕ ਵੀ ਨਹੀਂ ਹੋਏ, ਫਿਰ ਉਹਦਾ ਕੋਈ ਰੇਟ ਨਹੀਂ ਹੈਗਾ। ਆਜੋ ਬੈਕ ਦਵਾਈਆਂ ਵੀ ਕਰੋੜਾਂ ਦੇ ਕਿਲੋ ਵੀ ਨੇ, ਇਹ ਨਹੀਂ ਸਸਤੀਆਂ ਹੁੰਦੀਆਂ ਨੇ। ਉਰੇ ਕਿਹੜਾ ਵੀ ਆਹ ਵੀ ਮੱਕੀ ਬੀਜ ਲਈ, ਕਣਕ ਬੀਜ ਲਈ ਕਦੇ। ਆਜੋ ਦਵਾਈਆਂ ਨੇ ਸਾਡੀਆਂ ਬਹੁਤ ਦਵਾਈਆਂ ਬਾਹਰ ਦੇ ਕੰਟਰੀ 'ਚ ਵੀ ਆਉਂਦੀਆਂ ਨੇ, ਉਰੇ ਮੰਗਾਉਣੀਆਂ ਪੈਂਦੀਆਂ ਨੇ। ਅੱਛਾ। ਹਾਂਜੀ ਹਾਂਜੀ। ਐ ਨਹੀਂ ਹੈਗਾ ਵੀ ਕਿਤੇ ਉਂਝੋਂ ਇੱਥੋਂ ਪੱਟ ਕੇ ਬੂਟੀ ਨਾਲ ਕਿਤੇ ਲਾ ਕੇ ਰੱਖਦੀਆਂ ਜੀ ਉਹ। ਦੇਖੋ ਜਿਹੜੀ ਅਸੀਂ ਕਿਸੇ ਦਵਾਈ ਨਾਲ ਸਮਝੌਤਾ ਨਹੀਂ ਕਰਦੇ ਜੀ, ਜਿੰਨੀ ਮਰਜ਼ੀ ਚੀਜ਼ ਮਹਿੰਗੀ ਪਵੇ ਅਸੀਂ ਉਨੀ ਮਹਿੰਗੀ ਪਾਉਂਦੇ ਉਹਦੇ ਵਿੱਚ ਅਸੀਂ। ਪੰਨੂ ਸਾਹਿਬ ਤੁਸੀਂ ਨਾ ਕੈਂਸਰ ਦੇ ਮਰੀਜ਼ਾਂ ਨੂੰ ਦਾਅਵੇ ਨਾਲ ਠੀਕ ਕਰਨ ਦੀ ਗੱਲ ਕਹਿੰਦੇ ਹੋ। ਹਾਂਜੀ। ਕੁਝ ਦੇਖੋ 100% ਤਾਂ ਕਿਤੇ ਵੀ ਇਲਾਜ ਨਹੀਂ ਹੁੰਦਾ। ਬਿਲਕੁਲ ਬਿਲਕੁਲ ਜੀ। ਤੁਸੀਂ ਦਾਅਵਾ ਕੀਤਾ ਸੀ ਵੀ 100% ਇਲਾਜ ਹੁੰਦਾ। ਹਾਂਜੀ। ਪਰ 100% ਤਾਂ ਦੇਖੋ ਏਮਸ 'ਚ ਚਲੇ ਜਾਗੇ, ਪੀਜੀਆਈ ਚਲੇ ਜਾਗੇ, ਫੋਰਟਸ ਚਲੇ ਜਾਗੇ, ਡੀਐਮਸੀ ਚਲੇ ਜਾਗੇ, ਕਿਤੇ ਵੀ ਚਲੇ ਜਾਗੇ, ਉਵੇਂ ਹੁੰਦਾ ਨਹੀਂ। ਫਿਰ ਇਹ ਤੁਹਾਡੇ ਕੋਲੇ ਜਿਹੜੇ ਤੰਦਰੁਸਤਾਂ ਦੀ ਰੇਸ਼ੋ ਦਰ ਕਿੰਨੀ ਕਾ? ਤੁਹਾਡੀ ਸੋਚ ਤੋਂ ਹੀ ਬਾਹਰ ਆ। ਜੇ ਤੁਸੀਂ, ਮੈਂ ਤੁਹਾਨੂੰ ਦੱਸ ਕੇ ਜੇ ਤੁਸੀਂ 100 ਕੈਂਸਰ ਵਾਲੇ ਭੇਜੋਗੇ ਤੁਹਾਨੂੰ ਉਹ ਰਿਜ਼ਲਟ ਆਊਗਾ ਵੀ ਤੁਸੀਂ ਫੜ ਕੇ ਭੇਜੋਗੇ ਆਪਣਾ। ਅੱਛਾ। ਹਾਂ। ਕੱਲ ਕੈਂਸਰ ਦੀ ਭੇਜ ਦਿਓ 100, ਤੁਹਾਨੂੰ ਦਿਖਾ ਦਾਂਗੇ ਵੀ ਨਾਲੇ ਕੈਂਸਰ ਨੂੰ ਅਸੀਂ ਜੜੋਂ ਖਤਮ ਕਰਦੇ ਹਾਂ। ਕੈਂਸਰ ਦੀਆਂ ਸਾਰੀਆਂ ਕਿਸਮਾਂ ਜਾਂ ਇੱਕ ਖਾਸ ਕਿਸਮ ਦਾ ਕੈਂਸਰ? ਜਿਹੜੀ ਮਰਜ਼ੀ ਹੈ, ਬਲੱਡ ਕੈਂਸਰ, ਚਾਹੇ ਗਦੂਦਾਂ ਦਾ ਕੈਂਸਰ, ਚਾਹੇ ਲੀਵਰ ਕੈਂਸਰ, ਚਾਹੇ ਫੇਫੜਾ ਦਾ ਕੈਂਸਰ, ਜਿਹੜਾ ਮਰਜ਼ੀ ਕੈਂਸਰ, ਚਾਹੇ ਹੱਡੀਆਂ ਦਾ ਕੈਂਸਰ, ਸਾਰੇ ਕੈਂਸਰ ਹੀ ਠੀਕ ਕਰਦੇ ਅਸੀਂ।
ਹਾਂਜੀ ਤੁਸੀਂ ਸਭ ਤੋਂ ਨੰਬਰ ਲੈ ਲਓ ਬੰਦਿਆਂ ਦੇ, ਨਾਲੇ ਕੋਈ ਵੀ ਅਸੀਂ ਫੇਕ ਨੰਬਰ ਨਹੀਂ ਦੇਵਾਂਗੇ ਅਸੀਂ। ਜੇ ਤਾਂ ਤੁਸੀਂ ਐਂ ਕਰਿਓ ਅਗਲੀ ਵਾਰ ਤੁਸੀਂ ਐਂ ਕਰਿਓ ਅਸੀਂ ਮਰੀਜ਼ ਬੁਲਾ ਲਾਂਗੇ ਉਰੇ, ਜੇ ਤੁਸੀਂ ਉੱਥੇ ਕੋ ਉੱਥੇ ਬੁਲਾ ਲਾਂਗੇ ਅਸੀਂ। ਸਾਰਿਆਂ ਦਾ ਐਡਰੈਸ ਲੈ ਲਿਓ, ਸਾਰਿਆਂ ਆਪ ਜਾ ਕੇ ਘਰ ਜਾ ਕੇ ਪਤਾ ਕਰ ਲਿਓ ਵੀ ਹਾਂ ਕਿ ਗਲਤ ਕਹਿ ਰਹੇ ਹਾਂ ਸੱਚ ਕਹਿ ਰਹੇ ਹਾਂ ਅਸੀਂ। ਬਾਹਰਲੀ ਕੰਟਰੀ 'ਚ ਵੀ ਕੈਂਸਰ ਬਹੁਤ ਜ਼ਿਆਦਾ ਆ। ਬਿਲਕੁਲ ਸਹੀ ਹੈ। ਹਾਂਜੀ ਪੂਰਾ ਪੰਜਾਬ ਵੈਦ ਸਾਹਿਬ ਇਸ ਵੇਲੇ ਕੈਂਸਰ ਦਾ ਝੰਬਿਆ ਪਿਆ, ਭਾਜੀ ਕਾਲੇ ਪੀਲੀਏ ਦਾ ਝੰਬਿਆ ਪਿਆ, ਲੀਵਰ। ਹਾਂਜੀ ਹਾਂ ਲੀਵਰ ਦਾ ਜੀ, ਲੀਵਰ ਤਾਂ ਤੁਸੀਂ ਜਿੰਨਾ ਮਰਜ਼ੀ ਲੀਵਰ ਖਰਾਬ ਹੋ ਜੀ ਮੈਂ ਨਵਾਂ ਬਣਾ ਦਾਂਗੇ ਇਹਨੂੰ। ਹਾਂਜੀ ਵੀ ਮੁਕੰਮਲ ਹੋ ਜਾਊਗਾ। ਹਾਂ ਪੂਰਾ ਜੀ। ਕਿੰਨੀ ਦੇਰ 'ਚ? 2-3 ਮਹੀਨੇ ਬਸ, ਵੱਧ ਤੋਂ ਵੱਧ। ਕੈਂਸਰ ਵੀ ਸਾਡੇ 2-3 ਮਹੀਨੇ ਦਵਾਈ ਖਾਣੀ ਪੈਂਦੀ ਹੈ ਬਸ, ਜ਼ਿੰਦਗੀ 'ਚ ਮੁੜ ਕੇ ਕੈਂਸਰ ਨਹੀਂ ਹੋਊਗਾ ਜੀ। ਅੱਛਾ। ਹਾਂਜੀ ਸਾਨੂੰ ਨਾ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਵੀ ਆਹ ਵੀ ਗੱਲ ਜ਼ਰੂਰ ਕਰਿਓ ਹਾਂਜੀ ਵੀ ਇਹ ਕਿਵੇਂ ਚਮਤਕਾਰ ਹੋ ਜਾਊਗਾ, ਵੀ ਯਾਰ ਐਂ ਵੀ ਹੋ ਜਾਂਦਾ। ਤੁਸੀਂ ਹੱਥ ਤੇ ਸਰੋਂ ਕਹਿੰਦੀ ਹੈ, ਅਸੀਂ ਛੋਲੇ ਜਮਾਨੇ ਆ। ਅੱਛਾ। ਕਮਾਲ। ਹਾਂਜੀ ਤੇ ਮੈਂ ਦੇਖਿਆ ਜੀ ਦੇਖੋ ਅਸੀਂ ਜਿਹੜੀ ਦਵਾਈਆਂ ਉਹ ਆਪ ਤਿਆਰ ਕਰਦੇ ਹਾਂ। ਅਸੀਂ ਕੋਈ ਵੀ ਚੀਜ਼ ਮੁੱਲ ਨਹੀਂ ਲੈ ਕੇ ਆਉਂਦੇ, ਚਾਹੇ ਕੋਈ ਭਾਸ਼ਣ ਤਿਆਰ ਕਰਨੀ ਆ, ਚਾਹੇ ਕੋਈ ਦੂਜੀ ਦਵਾਈ ਆ, ਅਸੀਂ ਆਪ ਤਿਆਰ ਕਰਦੇ ਹਾਂ। ਅਸੀਂ ਕੋਈ ਦਵਾਈ ਮੁੱਲ ਨਹੀਂ ਲੈ ਕੇ ਆਉਂਦੇ, ਇਸ ਕਰਕੇ ਇੰਨਾ ਭਰੋਸਾ ਹੈ। ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਇਲਾਜ ਆ ਜਿਹੜਾ ਉਹ ਬਹੁਤ ਜਲਦੀ ਕਰਦੇ ਹੋ ਵੀ ਬਿਲਕੁਲ ਇਹ ਤਾਂ ਬਸ ਪੈਂਦੀ ਸੱਟੇ ਇਹ ਸਮੱਸਿਆ ਖਤਮ ਹੋਣੀ ਸ਼ੁਰੂ ਹੋ ਜਾਊਗੀ? ਸਾਰੀਆਂ ਦੇ ਜੀ, ਗਠੀਆ ਜਿੰਨਾ ਮਰਜ਼ੀ ਬਣਾਉਣਾ ਜੀ, ਫਲਵੈਰੀ ਪੂਰੀ ਠੀਕ ਕਰਦੇ ਹਾਂ। ਬੜੀ ਵੱਡੀ ਸਮੱਸਿਆ ਹੈ। ਹਾਂਜੀ ਹਾਂਜੀ ਬਿਲਕੁਲ ਜੀ। ਪਿੱਤਰੀ ਪੱਥਰੀ ਦਾ ਤੁਹਾਡੀ ਗੱਲ ਕਰਾਈ ਸੀ, ਅਸੀਂ ਆਪੇ ਸੁਣ ਲਿਆ। ਤੁਸੀਂ ਆਪੇ ਦੱਸ ਦਿਓ ਵੀ ਕੀ। ਬਿਲਕੁਲ ਮੈਂ ਦੱਸਣਾ ਚਾਹੁੰਦਾ ਕਿ ਇੱਕ ਸੱਜਣ ਦੇ ਨਾਲ ਜਿਹੜੇ ਕਿ ਪਟਿਆਲੇ ਦੇ ਵਸਨੀਕ ਆ, ਮੇਰੀ ਗੱਲ ਕਰਾਈ ਫੋਨ ਦੇ ਉੱਤੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਪੱਥਰੀ ਦੀ ਸਮੱਸਿਆ ਖਤਮ ਹੋ ਗਈ ਹੈ। ਨਾਲੇ ਉਹ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਧਾਨ ਰਹੇ ਨੇ ਜੀ। ਉਹ ਚੰਡੀ ਪੁਰਾਣੀ ਜਿਹੜੀ ਉਹ ਉੱਥੇ ਪ੍ਰਧਾਨ ਰਹੇ ਨੇ ਜੀ ਉਹ। ਹਾਂਜੀ। ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ? ਬਹੁਤ ਹੀ, ਕੋਈ ਵੀ ਰੋਗ ਹੋਵੇ ਜੀ, ਕੋਈ ਅੱਖਾਂ ਦੀ ਬਿਮਾਰੀ ਆ, ਕੋਈ ਵੀ ਪ੍ਰੋਬਲਮ ਅੱਖਾਂ ਦੀ ਜੀ, ਕਾਲਾ ਮੋਤੀ ਚਿੱਟਾ ਮੋਤੀਆ, ਜੇ ਪਿੱਛੋਂ ਵੀ ਨਿਗਾਹ ਬੰਦਾ ਉਹ ਵੀ ਠੀਕ ਕਰ ਦਿੰਦੇ ਨੇ। ਹਾਂਜੀ। ਪਿੱਛੇ ਜੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਸੀਂ ਕਿਹਾ ਸੀਗਾ ਜੀ ਕਿ ਜੋ ਡਿਮੈਂਸ਼ੀਆ ਹਾਂਜੀ ਦੀ ਸਮੱਸਿਆ ਜਿਹੜੀ ਉਹ ਵੀ ਖਤਮ ਕਰ ਦਿੰਦੇ ਆ ਬਹੁਤ ਛੇਤੀ ਦਿਨਾਂ 'ਚ। ਦਿਮਾਗ ਦੀ ਕੋਈ ਵੀ ਪ੍ਰੋਬਲਮ ਆ ਜੀ ਅਸੀਂ ਬਹੁਤ ਛੇਤੀ ਠੀਕ ਕਰ ਦਿੰਦੇ ਹਾਂ। ਕੋਈ ਵੀ ਪ੍ਰੋਬਲਮ ਆ ਦਿਮਾਗ ਦੀ ਜੀ। ਪਰ ਬਾਈ ਜੀ ਸਵਾਲ ਤਾਂ ਪੈਦਾ ਹੋਣਾ ਕੁਦਰਤੀ ਆ ਹਾਂਜੀ। ਵੀ ਕੈਂਸਰ ਤੁਸੀਂ ਜੜੋਂ ਪੱਟ ਦਿੰਦੇ ਆ। ਹਾਂਜੀ ਨਹੀਂ ਸਾਰੇ ਰੋਗ ਜੜੋਂ ਖਤਮ ਕਰਦੇ ਹਾਂ ਅਸੀਂ। ਲੀਵਰ ਤੁਸੀਂ ਬਿਲਕੁਲ ਨੌ ਬਰਨੌ ਕਰ ਦਿੰਦੇ ਆ। ਠੀਕ ਹੈ ਜੀ। ਦਿਮਾਗ ਤੁਸੀਂ ਠੀਕ ਕਰ ਦਿੰਦੇ ਆ। ਹਾਂਜੀ। ਗਠੀਆ ਤੁਸੀਂ ਖਤਮ ਕਰ ਦਿੰਦੇ ਆ। ਹਾਂਜੀ। ਹੋਰ ਜਿੰਨੀਆਂ ਵੀ ਯੂਰਿਕ ਐਸਿਡ ਖਤਮ ਹੋ ਗਿਆ। ਹਾਂਜੀ। ਹੋਰ ਜਿਹੜੀਆਂ ਘੱਟ ਵੱਧ ਛੋਟੀਆਂ ਵੱਡੀਆਂ ਸਮੱਸਿਆਵਾਂ ਉਹ ਖਤਮ ਹੋ ਗਈਆਂ। ਹਾਂਜੀ। ਤੇ ਫਿਰ ਤਾਂ ਤੁਹਾਡੇ ਤੇ ਹਸਪਤਾਲਾਂ ਵਾਲੇ ਚੱਕਰ ਕਿਉਂ ਨਹੀਂ ਚਲਾਉਂਦੇਗੇ? ਬਾਈ ਜੀ ਗੱਲ ਪਤਾ ਕੀ ਆ, ਦੇਖੋ ਜਿਹੜੀ ਐਲੋਪੈਥੀ ਆ ਉਹਦੇ ਉੱਪਰ ਸਾਰੀ ਦੁਨੀਆ ਯਕੀਨ ਕਰਦੀ ਆ। ਠੀਕ ਹੈ ਜੀ। ਜਿਹੜੀ ਆਯੁਰਵੈਦਿਕ ਆ ਇਹਦੇ ਉੱਪਰ ਸਾਰੇ ਲੋਕ ਯਕੀਨ ਨਹੀਂ ਕਰਦੇ ਹੈਗੇ, ਕਿਉਂਕਿ ਆਯੁਰਵੈਦਿਕ ਵਿੱਚ ਬਹੁਤ ਬੰਦਿਆਂ ਨੇ ਵਿਸ਼ਵਾਸ ਖੋਤਾ ਹੈ। ਉਸ ਹਰੇਕ ਬੰਦਾ ਸਾਡੇ ਉੱਪਰ ਜਿੰਨਾ ਮਰਜ਼ੀ ਕਹੀ ਜਾਈਏ ਸਾਡੇ ਕੋਲ ਸਾਰੇ ਬੰਦੇ ਨਹੀਂ ਆਉਣਗੇ। ਹੁਣ ਐਲੋਪੈਥੀ ਸਾਰੀ ਦੁਨੀਆ ਵਿੱਚ ਐਲੋਪੈਥੀ ਕੰਮ ਕਰ ਰਹੀ ਹੈ, ਉਹ ਠੀਕ ਕਰ ਰਹੀ ਹੈ ਮਰੀਜ਼ ਨੂੰ, ਤਾਂ ਹੀ ਲੋਕ ਵਿਸ਼ਵਾਸ ਕਰਦੇ ਨੇ। ਵਿਸ਼ਵਾਸ ਉਸ ਚੀਜ਼ ਤੇ ਹੀ ਕਰਦਾ ਹੁੰਦਾ ਜਿਹੜੀ ਲੋਕਾਂ ਨੂੰ ਠੀਕ ਕਰਦੀ ਹੈ। ਉਹ ਐਲੋਪੈਥੀ ਸਾਡੀ ਆਯੁਰਵੈਦਿਕ ਹੈ। ਦੇਖੋ ਜਿਹੜਾ ਯਕੀਨ ਕਰੂਗਾ ਉਹੀ ਠੀਕ ਹੋਊਗਾ ਜੀ। ਬਿਲਕੁਲ ਠੀਕ। ਹੁਣ ਅਸੀਂ ਐਂ ਥੋੜਾ ਕਿ ਵੀ ਲੋਕਾਂ ਦੇ ਘਰ ਤੋਂ ਬਣਦੇ ਫਿਰਾਂਗੇ ਜਾ ਕੇ ਅਸੀਂ ਜੀ। ਆਪਣੀ ਤਾਂ ਜਿਹੜੀ ਜਿਹੜੀ ਐਲੋਪੈਥੀ ਆ ਸਾਰੀ ਦੁਨੀਆ ਨੂੰ ਯਕੀਨ ਕਰਦੇ ਉਹ ਤੇ ਉਹ ਖਾ ਰਹੇ ਹਨ ਦਵਾਈ ਜੀ। ਜਿਹੜਾ ਸਾਡੇ ਉੱਪਰ ਯਕੀਨ ਕਰੂਗਾ ਉਹ ਸਾਡਾ ਠੀਕ ਹੋ ਜੂਗੀ ਉਹ। ਪਰ ਕਈ ਲੋਕਾਂ ਨੇ ਪਿਛਲੀ ਇੰਟਰਵਿਊ ਦੇ ਥੱਲੇ ਬਹੁਤ ਸਾਰੇ ਨਾ ਪੱਖੀ ਕਮੈਂਟ ਵੀ ਕੀਤੇ ਆ। ਹਾਂਜੀ। ਵੀ ਇਹ ਤਾਂ ਐਵੇਂ ਹੈ, ਇਹਦਾ ਕੋਈ ਇਲਾਜ ਨਹੀਂ ਹੁੰਦਾ। ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਗੱਲ ਇਹ ਆ ਵੀ ਇੱਥੇ ਲੋਕ ਵਿਹਲੇ ਬੈਠੇ ਨੇ, ਇਹਨਾਂ ਕੋਲ ਸਮਾਂ ਹੀ ਸਮਾਂ ਹੈ। ਬਾਹਰ ਲੋਕਾਂ ਕੋਲ ਸਮਾਂ ਨਹੀਂ ਹੈਗਾ। ਇੱਥੇ ਉਹਨਾਂ ਨੇ ਨਾ ਸਾਡੇ ਕੋਲ ਕਦੇ ਆਏ ਨੇ ਨਾ ਸਾਡੇ ਕੋਲ ਆਉਣਾ ਕਿਤੇ ਉਹਨਾਂ ਨੇ ਜੀ। ਉਹਨਾਂ ਦਾ ਸਿਰਫ ਕੰਮੇ ਇੱਕ ਬਸ ਨੈਗੇਟਿਵ ਸੋਚ ਬਸ। ਉਹ ਗੁਰਬਾਣੀ ਕਹਿੰਦੀ ਵੀ ਗੱਲ ਇਹ ਆ ਭਰਾ ਵੀ ਜਿਹਦੇ ਕੋਲ ਜਿਹੜੀ ਚੀਜ਼ ਹੋਊਗੀ ਉਹੀ ਵੰਡੂਗਾ। ਜਿਹੜਾ ਹੁਣ ਕਿਸੇ ਬਾਰੇ ਮਾੜਾ ਸੋਚਦਾ ਏ ਗਾਹਾਂ ਮਾੜਾ ਵੰਡਦਾ, ਰੱਬ ਕਹਿੰਦਾ ਦਓ ਗੱਫੇ ਨੂੰ ਵੰਡ ਪੁੱਤ। ਵੰਡ ਜਿੰਨਾ ਵੰਡਣਾ ਵੱਢਦਾ। ਫਿਰ ਜਿਹੜੀ ਚੀਜ਼ ਹੋਊਗੀ ਉਹਨੂੰ ਪਿੱਛੇ ਉਹੀ ਮਿਲਣੀ ਆ, ਉਹੀ ਗਾਹਾਂ ਵੰਡ ਰਹੇ ਨੇ ਉਹ। ਦੇਖੋ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ ਜੀ, ਉਹਨਾਂ ਨੇ ਤਾਂ ਤੁਹਾਨੂੰ ਮਾੜਾ ਕਹੀ ਜਾਣਾ। ਉਹਨਾਂ ਨੇ ਸਾਰੇ ਉਹਨਾਂ ਦਾ ਕੰਮੇ ਹੀ ਆ ਬਸ ਸੁੱਧ ਸ਼ਾਮ ਤੱਕ ਨੈਗੇਟਿਵ ਸੋਚ ਆਉਂਦੀ ਬਸ। ਉਹਨਾਂ ਦਾ ਜਿਹੜਾ ਦਿਮਾਗ ਆ ਕੰਮੇ ਪੁੱਠ ਪਾਸੋਂ ਕੰਮ ਕਰਨ ਲੱਗਦਾ ਉਹ। ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਆਪਾਂ ਜੀ। ਜੋ ਮਰਜ਼ੀ ਲਿਖੀ ਜਾਂਦੀ ਉਹ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ। ਤੁਹਾਡੇ ਕੋਲੇ ਕੈਂਸਰ ਦੇ ਮਰੀਜ਼ ਦਿਨ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਕਿੰਨੇ ਕੁ ਆਉਂਦੇ ਇੱਥੇ?
ਅਣਗਿਣਤ ਜੀ, ਕਈ ਵਾਰ 20 ਆਉਂਦੇ ਇੱਕ ਦਿਨ ਤੇ ਜੀ, 30 ਕਿਦਾਂ ਜਾਂਦੇ ਨੇ ਜੀ। ਤੇ ਬਾਅਦ ਦੇ ਵਿੱਚ ਜਦੋਂ ਮਰੀਜ਼ ਠੀਕ ਹੋ ਜਾਂਦਾ ਫਿਰ ਉਹ ਤੁਹਾਨੂੰ ਦਿੰਦੇ ਪ੍ਰਤੀਕਿਰਿਆ ਕਿ ਵੀ ਮੈਂ ਠੀਕ ਆ, ਘੱਟ ਠੀਕ ਆ, ਵੱਧ ਠੀਕ ਆ, ਨਹੀਂ ਠੀਕ ਆ? ਦਵਾਈ ਉਹ ਦਿੰਦੇ, ਪਹਿਲਾਂ 15 ਦਿੰਦੇ ਆ ਜੀ। 15 ਦਿਨ ਬਾਅਦ ਆਪ ਹੀ ਆ ਕੇ ਦੱਸੂਗਾ ਵੀ ਸਾਨੂੰ ਇੰਨਾ ਫਰਕ ਪੈ ਗਿਆ ਜੀ। ਉਹਦਾ ਰੀਜ਼ਨ ਵੀ ਇਹੀ ਸੀਗੀ, ਅੱਗੇ ਅਸੀਂ ਦਵਾਈ ਦੇਣ ਲੱਗੇ। ਹਾਂ ਜੀ, ਅਸੀਂ ਹਰੇਕ ਚੀਜ਼ ਦੀ ਦਵਾਈ ਹੁਣ ਬਹੁਤ ਘੱਟ ਦੇਣ ਲੱਗੇ ਵੀ ਤੁਹਾਨੂੰ ਦੱਸਣ। ਇੱਥੇ ਪਤਾ ਕੀ ਆ ਜੀ, ਲੋਕ ਠੀਕ ਹੋਣ ਤੋਂ ਬਾਅਦ ਦੱਸਦੇ ਨਹੀਂ ਹੈਗੇ। ਜਦੋਂ ਹੁਣ ਅਸੀਂ ਦਵਾਈ ਦੇਣ ਲੱਗੇ 10 ਦਿਨ ਦੀ 15 ਦਿਨ ਦੀ, ਸਾਨੂੰ ਹੁਣ ਫੀਡਬੈਕ ਆਉਂਦੀ ਵੀ ਹਾਂ ਇੰਨਾ ਫਰਕ ਪੈ ਗਿਆ, ਇੰਨਾ ਫਰਕ ਪੈ ਗਿਆ। ਬਹੁਤ ਇਹੋ ਜਿਹੇ ਮਹੀਨੇ ਨੇ ਜਿਨ੍ਹਾਂ ਨੂੰ ਮਹੀਨੇ 'ਚ ਇੰਨਾ ਕੁ ਫਰਕ ਪੈ ਗਿਆ ਤੁਸੀਂ ਸੋਚ ਵੀ ਨਹੀਂ ਸਕਦੇ। ਅੱਛਾ। ਹਾਂਜੀ ਪੰਨੂ ਸਾਹਿਬ, ਤੁਹਾਡੇ ਨਾਲ ਤਾਂ ਅਸੀਂ ਗੱਲਾਂ ਬਾਤਾਂ ਪਹਿਲਾਂ ਵੀ ਕੀਤੀਆਂ, ਪਰ ਮੈਂ ਦੱਸਣਾ ਚਾਹੁੰਦਾ ਜੀ ਕਿ ਇੱਥੇ ਦੁੱਖ ਦੂਰ ਦਵਾਖਾਨਾ ਦੇ ਵਿੱਚ 2 ਡਾਕਟਰ ਸਾਹਿਬਾਨ ਵੀ ਹੈ, ਡਾਕਟਰ ਦੀਕਸ਼ਾ ਤੇ ਡਾਕਟਰ ਮਨਦੀਪ ਸਿੰਘ। ਤੇ ਡਾਕਟਰ ਦੀਕਸ਼ਾ ਨੇ ਜਿਹੜੇ ਉਹ ਔਰਤਾਂ ਦੇ ਰੋਗਾਂ ਦੇ ਮਾਹਰ ਵੀ ਆ, ਕਿਉਂਕਿ ਭੈਣਾਂ ਦੀਆਂ ਬਹੁਤ ਸਾਰੀਆਂ ਨਿੱਜੀ ਸਮੱਸਿਆਵਾਂ ਸਿਹਤ ਦੀਆਂ ਹੋ ਸਕਦੀਆਂ, ਤੇ ਉਹ ਉਹਨਾਂ ਨੂੰ ਅਟੈਂਡ ਕਰਨ ਦੇ ਲਈ, ਉਹਨਾਂ ਦੀ ਗੱਲਬਾਤ ਜਾਣਨ ਦੇ ਲਈ, ਸੁਣਨ ਦੇ ਲਈ, ਸਮਝਾਉਣ ਦੇ ਲਈ, ਸਮਝਣ ਦੇ ਲਈ ਇੱਕ ਔਰਤ ਡਾਕਟਰ ਦਾ ਹੋਣਾ ਵੀ ਜ਼ਰੂਰੀ ਹੈ। ਡਾਕਟਰ ਸਾਹਿਬ, ਤੁਹਾਡੇ ਨਾਲ ਤਾਂ ਗੱਲਾਂ ਬਾਤਾਂ ਅਸੀਂ ਪਿਛਲੀ ਇੰਟਰਵਿਊ 'ਚ ਵੀ ਬੜੀਆਂ ਕੀਤੀਆਂ ਸੀ, ਪਰ ਮੇਰੇ ਚਿੱਤ ਕਰਦਾ ਜੀ ਕਿ ਅੱਜ ਇਹਨਾਂ 2 ਡਾਕਟਰਾਂ ਦੇ ਨਾਲ ਵੀ ਗੱਲ ਕੀਤੀ ਜਾਵੇ ਜਿਹੜੇ ਦੁੱਖ ਦੂਰ ਦਵਾਖਾਨਾ ਦੇ ਵਿੱਚ ਹੈ, ਡਾਕਟਰ ਦੀਕਸ਼ਾ ਤੇ ਡਾਕਟਰ ਮਨਦੀਪ ਸਿੰਘ। ਤੇ ਨਿੱਕਾ ਜਿਹਾ ਵਕਫਾ ਲੈਣੇ ਤੇ ਫਿਰ ਕਰਦੇ ਇੱਧਰ ਗੱਲ। ਡਾਕਟਰ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ? ਵਧੀਆ ਜੀ, ਵਧੀਆ ਜੀ। ਡਾਕਟਰ ਸਾਹਿਬ, ਜਦੋਂ ਨਾ ਮੈਂ ਅੰਦਰ ਵੜਿਆ ਤੇ ਤੁਸੀਂ ਗੱਲ ਕਰ ਰਹੇ ਸੀਗੇ ਜੀ ਕਿ ਅਸੀਂ ਬਹੁਤ ਮਸ਼ਹੂਰ ਹਸਤੀਆਂ ਜਿਹੜੀਆਂ ਉਹਨਾਂ ਦਾ ਵੀ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਵੱਲ ਵੀ ਦਵਾਈ ਭੇਜਣੀ ਹੈ। ਉਹ ਕਿਹੜੀਆਂ ਮਸ਼ਹੂਰ ਹਸਤੀਆਂ ਦੀ ਗੱਲ ਸੀਗੀ ਭਲਾ? ਮਸ਼ਹੂਰ, ਜਿਵੇਂ ਪਿਛਲੀ ਇੰਟਰਵਿਊ ਦੇ ਵਿੱਚ ਬੈਸ ਸਾਹਿਬ ਨੇ ਤੁਹਾਨੂੰ ਦੱਸਿਆ ਸੀ ਵੀ ਸਲਮਾਨ ਖਾਨ ਸਫਰ ਕਰ ਰਹੇ ਨੇ ਟ੍ਰਾਈਜੈਮੀਨਲ ਨੁਰੈਲਜੀਆ। ਕੀ ਹੁੰਦਾ ਟ੍ਰਾਈਜੈਮੀਨਲ ਨੁਰੈਲਜੀਆ? ਆਪਣੇ ਦਿਮਾਗ ਤੋਂ 12 ਨਸਾਂ ਹੁੰਦੀਆਂ ਜਿਹੜੀਆਂ ਸਰੀਰ ਨੂੰ ਕੰਟਰੋਲ ਕਰਦੀਆਂ, ਉਹਨਾਂ ਚੋਂ ਇੱਕ ਨਸਾ ਟ੍ਰਾਈਜੈਮੀਨਾ। ਉਹਦਾ ਕੀ ਹੁੰਦਾ, ਉਹਦੀ ਜਦ ਦਿੱਕਤ ਆ ਜਾਂਦੀ ਹੈ ਤਾਂ ਚਿਹਰੇ ਦੇ ਵਿੱਚ ਬਹੁਤ ਅਸਹਿਣੀय ਪੇਨ ਹੁੰਦੀ ਹੈ, ਬੰਦਾ ਪੀੜ ਮਹਿਸੂਸ ਕਰਦਾ ਬਹੁਤ ਜ਼ਿਆਦਾ ਤੇਜ਼। ਤੇ ਉਹ ਚੀਜ਼ ਤੋਂ ਸਲਮਾਨ ਖਾਨ ਕਾਫੀ ਟਾਈਮ ਤੋਂ ਸਫਰ ਕਰ ਰਿਹਾ, ਆਲਮੋਸਟ 2008 ਜਾਂ 2004 ਤੋਂ। ਉਹਨਾਂ ਨੇ ਕਾਫੀ ਇਹਨਾਂ ਦਾ ਟ੍ਰੀਟਮੈਂਟ ਵੀ ਲਿਆ, ਪਰ ਉਹਨਾਂ ਨੂੰ ਰੀਕਰੈਂਟ ਜਾਣਾ ਪੈਂਦਾ। ਪਰ ਉਹ ਚੀਜ਼ ਦੀ ਅਸੀਂ ਦਵਾਈ ਤਿਆਰ ਕੀਤੀ ਹੋਈ ਆ। ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਕਾਫੀ ਪੇਸ਼ੈਂਟਾਂ ਨੂੰ ਦਵਾਈ ਦੇ ਵੀ ਚੁੱਕੇ ਆ। ਨਹੀਂ, ਤੁਸੀਂ ਸਲਮਾਨ ਖਾਨ ਨੂੰ ਦਵਾਈ ਭੇਜ ਰਹੇ ਹੋ, ਉਹ ਲੈਣ ਆ ਰਿਹਾ ਜਾਂ ਆਪਾਂ ਗੱਲ ਹੀ ਕਰ ਰਹੇ ਹਾਂ? ਹਲੇ ਗੱਲ ਚੱਲ ਰਹੀ ਹੈ ਸਾਡੀ। ਕੋਈ ਇੰਟਰਮੀਡੀਏਟ ਸੀ ਜਿਨ੍ਹਾਂ ਨੇ ਸਾਨੂੰ ਕੈਨੇਡਾ ਤੋਂ ਅਪਰੋਚ ਕੀਤਾ, ਉਹ ਸਲਮਾਨ ਖਾਨ ਨੂੰ ਜਾਣਦੇ ਨੇ ਵੀ ਹਾਂ ਮੈਨੂੰ ਇਹ ਦਿੱਕਤ ਆ, ਤੇ ਸਲਮਾਨ ਖਾਨ ਮੇਰੇ ਫਰੈਂਡ ਨੇ, ਉਹਨਾਂ ਨੂੰ ਵੀ ਇਹ ਦਿੱਕਤ ਆ। ਉਹਨੇ ਸਲਮਾਨ ਖਾਨ ਨਾਲ ਗੱਲ ਵੀ ਕੀਤੀ ਆ। ਹਾਂਜੀ, ਉਹਨਾਂ ਨੇ ਗੱਲ ਵੀ ਕੀਤੀ ਆ ਸਲਮਾਨ ਖਾਨ ਨਾਲ। ਉਹਨੇ ਆਪਣੇ ਪਿੱਛੇ ਗੱਲ ਕੀਤੀ, ਸਾਡੇ ਬਾਰੇ ਗੱਲ ਕੀਤੀ ਹੈਗੀ। ਅੱਛਾ, ਚਲੋ ਮੈਂ ਚਾਹੁੰਦਾ ਜੀ ਕਿ ਸਾਰੇ ਲੋਕ ਤੰਦਰੁਸਤ ਰਹਿਣ, ਹਰ ਤਰ੍ਹਾਂ ਦੇ ਰੋਗ ਤੋਂ ਮੁਕਤ ਹੋਣ। ਪਰ ਤੁਹਾਡੇ ਕੋਲੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਲੋਕ ਆਉਂਦੇ ਆ। ਸਭ ਤੋਂ ਵੱਧ ਮੇਰੀ ਨਜ਼ਰ ਦੇ ਵਿੱਚ ਹੈ, ਕਿਉਂਕਿ ਮੈਂ ਮਾਲਵਾ ਪੱਟੀ ਨਾਲ ਸੰਬੰਧਿਤ ਹਾਂ, ਮਾਲਵੇ ਦੇ ਲੋਕ ਕੈਂਸਰ ਤੇ ਕਾਲੇ ਪੀਲੀਏ ਤੋਂ ਵੱਧ ਪੀੜਤ ਆ। ਪਿੰਡ ਪਿੰਡ ਦੇ ਵਿੱਚ ਇਹ ਸਮੱਸਿਆ ਬਹੁਤ ਵੱਡੀ ਹੈ। ਤੁਸੀਂ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਬਹੁਤ ਕੁਝ ਦੇਖਿਆ ਹੋਣਾ ਵੀ ਸਭ ਤੋਂ ਵੱਧ ਮਰੀਜ਼ ਕਿਹੜੀ ਸਮੱਸਿਆ ਤੋਂ ਪੀੜਤ ਆ ਰਹੇ ਆ। ਤੁਹਾਡੇ ਕੋਲੇ ਕਿਹੜੇ ਮਰੀਜ਼ ਵੱਧ ਗਿਣਤੀ ਦੇ ਵਿੱਚ ਆਉਂਦੇ? ਸਾਡੇ ਕੋਲ ਸਭ ਤੋਂ ਜ਼ਿਆਦਾ ਕੈਂਸਰ ਹੋ ਗਿਆ, ਗਠੀਆ ਹੋ ਗਿਆ, ਕਾਲਾ ਪੀਲੀਆ ਹੋ ਗਿਆ, ਤੇ ਅੱਜ ਕੱਲ ਮੋਸਟ ਕਾਮਨ ਚੱਲ ਰਹੀ ਹੈ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਹੋਈਆਂ ਦਿੱਕਤਾਂ, ਲੱਤਾਂ ਬਾਹਾਂ 'ਚ ਦਰਦ ਜਾਣਾ, ਡਿਸਕ ਦੀ ਪ੍ਰੋਬਲਮ ਆਣੀ। ਇਹ ਚੀਜ਼ਾਂ ਦੀਆਂ ਬਿਮਾਰੀਆਂ ਕੁਝ ਜ਼ਿਆਦਾ ਨੇ। ਜੇ ਮੌਜੂਦਾ ਸੈੱਲਾਂ ਬਾਰੇ, ਜੋ ਅੱਜ ਕੱਲ ਡੇਂਗੂ ਚੱਲ ਰਿਹਾ, ਅੱਜ ਕੱਲ ਜਿਵੇਂ ਡੇਂਗੂ ਚੱਲਦਾ ਤਾਂ ਉਹ 'ਚ ਸੈੱਲਾਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਸੈੱਲਾਂ ਦੀ ਦਵਾਈ ਵੀ ਅਸੀਂ ਵੱਧ ਤੋਂ ਵੱਧ 5 ਤੋਂ 7 ਦਿਨ ਦੀ ਦਿੰਦੇ ਆ, ਜਿਹੜੀ ਮੌਸਮੀ ਦੇ ਜੂਸ ਨਾਲ ਲੈਣੀ ਆ। ਉਹਦੇ ਨਾਲ ਸੈੱਲ ਬਹੁਤ ਛੇਤੀ ਕਵਰ ਹੁੰਦੇ ਆ। ਜੇ ਤੁਸੀਂ ਦੇਖੋ ਐਲੋਪੈਥੀ ਵਾਲੀ ਸਾਈਡ ਜਾਓ ਤਾਂ ਐਲੋਪੈਥੀ 'ਚ ਸੈੱਲਾਂ ਦਾ ਕੋਈ ਉਹ ਨਹੀਂ ਹੈਗਾ ਉਹਨਾਂ ਕੋਲ ਇਲਾਜ। ਉਹ ਸਿਰਫ ਕੀ ਕਰਨਗੇ, ਤੁਹਾਨੂੰ ਦਵਾਈਆਂ ਦੇਣਗੇ ਜਿਹੜੀਆਂ ਪਪੀਤੇ, ਗਲੋ ਆਦਿ ਤੋਂ ਬਣੀਆਂ ਹੁੰਦੀਆਂ। ਉਹਨਾਂ ਨੇ ਜੇ ਜ਼ਿਆਦਾ ਸੈੱਲ ਘਟ ਜਾਣ ਤਾਂ ਉਹ ਤੁਹਾਨੂੰ ਸੈੱਲ ਚੜਾਉਣ ਨੂੰ ਕਹਿ ਦਿੰਦੇ ਆ। ਪਰ ਉਹਨਾਂ ਕੋਲ ਪੁੱਛੋ ਵੀ ਸੈੱਲ ਘਟੇ ਆ ਤਾਂ ਤੁਸੀਂ ਇਲਾਜ ਕੀ ਕਰੋਗੇ? ਆਖਰ ਯੂਜ਼ ਤਾਂ ਉਹ ਆਯੁਰਵੇਦ ਕਰ ਰਹੇ ਆ ਨਾ, ਯੂਜ਼ ਤਾਂ ਉਹ ਜੜੀ ਬੂਟੀਆਂ ਕਰਕੇ ਸੈੱਲ ਵਧਾ ਰਹੇ ਆ, ਹੋਰ ਤਾਂ ਉਹਨਾਂ ਕੋਲ ਕੋਈ ਇਲਾਜ ਨਹੀਂ। ਗੱਲ ਘੁੰਮ ਘੁਮਾ ਕੇ ਸਾਡੀ ਜਿਹੜੀ ਸੱਭਿਅਤਾ ਆ ਇਹ ਆਯੁਰਵੇਦ ਤੋਂ ਦੂਰ ਹੁੰਦੀ ਜਾ ਰਹੀ ਹੈ। ਚਾਈਨਾ 'ਚ ਚਲੇ ਜਾਓ ਤੁਸੀਂ, ਚਾਈਨਾ ਦੀ ਜਿਹੜੀ ਕਾਮਨਪੈਥੀ ਆ, ਜਿਵੇਂ ਆਪਣੀ ਇੰਡੀਆ ਦੀ ਕਾਮਨਪੈਥੀ, ਇੰਡੀਅਨ ਮੈਡੀਸਿਨ ਆਪਾਂ ਆਯੁਰਵੇਦ ਨੂੰ ਕਹਿੰਦੇ ਆ, ਪਰ ਸਾਡੇ ਲੋਕ ਆਯੁਰਵੇਦ ਤੋਂ ਪਿੱਛੇ ਹਟ ਗਏ। ਪਰ ਚਾਈਨਾ ਦੀ ਤੁਸੀਂ ਲੋਕਲ ਪੈਥੀ ਉੱਥੇ ਜਾ ਕੇ ਦੇਖੋ, ਤੁਹਾਨੂੰ 90% ਲੋਕ ਚਾਈਨਾ ਦੀ ਲੋਕਲ ਪੈਥੀ ਨਾਲ ਜੁੜੇ ਮਿਲਣਗੇ। ਇਹ ਕੁਝ ਸਾਡੀ ਪਬਲਿਕ ਦਾ ਆ, ਸਾਡੀ ਪਬਲਿਕ ਨੂੰ ਰੁਝਾਨ ਚਾਹੀਦਾ, ਪਰ ਕੁਝ ਸਾਡੇ ਪਿੱਛੇ ਇਹੋ ਜਿਹੇ ਤੱਤ ਵੀ ਹੈਗੇ ਆ ਜਿਨ੍ਹਾਂ ਨੇ ਆਯੁਰਵੇਦ ਦਾ ਗਲਤ ਉਪਯੋਗ ਕੀਤਾ, ਦਵਾਈਆਂ ਮਿਕਸ ਕਰਕੇ ਦੇਣੀਆਂ ਸ਼ੁਰੂ ਕਰਤੀਆਂ। ਕਿਉਂਕਿ ਸਾਡੇ ਲੋਕਾਂ 'ਚ ਥਰਮਾ ਨਹੀਂ ਹੈਗਾ। ਸਾਡੇ ਲੋਕ ਚਾਹੁੰਦੇ ਆ ਮੈਂ ਦਵਾਈ ਲਵਾਂ ਤੇ ਠੀਕ ਹੋਵਾਂ। ਡਾਕਟਰ ਕੋਲ ਜਾਣਗੇ, ਡਾਕਟਰ ਸਾਹਿਬ ਪਿੱਠ ਦੁਖਦੀ ਆ, ਦਵਾਈ ਦੇ ਦਿਓ, ਘੰਟੇ ਬਾਅਦ ਕੰਮ ਤੇ ਜਾਣਾ। ਤਾਂ ਉਹ ਚੀਜ਼ ਆਯੁਰਵੇਦ 'ਚ ਨਹੀਂ ਹੈਗੀ। ਆਯੁਰਵੇਦ 'ਚ ਇਹ ਹੈ ਇਲਾਜ ਹੋਊਗਾ, ਸਲੋ ਹੋਊਗਾ, ਪਰ ਜੜ ਤੋਂ ਖਤਮ ਕਰੇਗਾ ਆਯੁਰਵੇਦ। ਤੇ ਉਹ ਚੀਜ਼ ਐਲੋਪੈਥੀ ਦੇਗੀ, ਪਰ ਉਹ ਐਲੋਪੈਥੀ ਕੀ ਆ, ਐਲੋਪੈਥੀ ਤੁਹਾਨੂੰ ਪਰਮਾਨੈਂਟ ਕਿਉਰ ਨਹੀਂ ਕਰ ਸਕਦੀ। ਐਲੋਪੈਥ 'ਚ ਸਿਰਫ ਜੋ ਤੁਹਾਡੇ ਲੱਛਣ ਆਏ ਆ ਬਿਮਾਰੀ ਦੇ, ਲੱਛਣਾਂ ਦਾ ਇਲਾਜ ਹੋਏਗਾ,
ਪਰ ਆਯੁਰਵੇਦ ਇੱਕ ਇਹੋ ਜਿਹੀ ਚੀਜ਼ ਆ, ਆਯੁਰਵੇਦ ਬਿਮਾਰੀ ਨੂੰ ਜੜ ਤੋਂ ਖਤਮ ਕਰਦਾ। ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਬਾਈ ਜੀ, ਕੈਂਸਰ ਦੇ ਇਲਾਜ ਦੇ ਬਾਰੇ ਤਾਂ ਸਾਰੇ ਜਾਣਦੇ ਆ ਕਿ ਤੁਸੀਂ ਇੱਥੇ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੇ, ਤੰਦਰੁਸਤ ਵੀ ਹੁੰਦੇ ਆ, ਪਰ ਹੋਰ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਤੁਸੀਂ ਮੇਰਾ ਖਿਆਲ ਆ ਵੀ ਸੂਚੀ ਵੀ ਸਾਹਮਣੇ ਰੱਖੀ ਹੋਈ ਆ ਵੀ ਇਹਨਾਂ ਸਮੱਸਿਆਵਾਂ ਦਾ ਹੱਲ ਆ? ਇਹ ਅਸਲ 'ਚ ਕੀ ਹੈ ਜੀ, ਕੋਈ ਵੀ ਜਨਮ ਤੋਂ ਜਾਂ ਅਸੀਂ ਪੜ੍ਹਾਈ ਦੇ ਵਿੱਚ ਹਰ ਇੱਕ ਚੀਜ਼ ਨਹੀਂ ਸਿੱਖ ਕੇ ਆਉਂਦੇ। ਕਈ ਫੀਲਡ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆ ਜਿਹੜੀਆਂ ਰੋਜ਼ ਮਰਿਆਦਾ ਦੀ ਜ਼ਿੰਦਗੀ 'ਚ ਨਵੀਂ ਦੇਖਣ ਨੂੰ ਮਿਲਦੀ ਹੈ। ਹੁਣ ਅਸੀਂ ਵੀ ਜਦ ਇੱਥੇ ਬੈਠੇ ਆ, ਕਈ ਚੀਜ਼ਾਂ ਹੈਗੀਆਂ, ਲੋਕ ਸਾਨੂੰ ਫੋਨ ਕਰਦੇ ਆ ਵੀ ਸਾਨੂੰ ਆਹ ਬਿਮਾਰੀ ਹੈ, ਉਹ ਸਾਨੂੰ ਵੀ ਦੇਖ ਕੇ ਪਤਾ ਲੱਗਦਾ। ਹਰ ਇੱਕ ਚੀਜ਼ ਅਸੀਂ ਕਿਤਾਬਾਂ 'ਚ ਪੜ੍ਹੀ ਆ, ਠੀਕ ਆ, ਪੁਰਾਣੇ ਟਾਈਮਾਂ 'ਚ ਪੜ੍ਹੀ ਸੀ, ਨਹੀਂ ਯਾਦ ਰਹੇਗੀ, ਪਰ ਉਹ ਮਰੀਜ਼ ਦੇਖਦੇ ਆ, ਫਿਰ ਸਿੰਪਟਮ ਯਾਦ ਆਉਂਦੇ ਆ, ਫਿਰ ਉਹਦੀ ਦਵਾਈ ਤਿਆਰ ਕਰਦੇ ਆ। ਜਿਵੇਂ ਪਿਛਲੇ ਮਹੀਨੇ ਸਾਡੇ ਕੋਲ ਤਰਨਤਾਰਨ ਸਾਈਡ ਤੋਂ ਇੱਕ ਬ੍ਰਦਰ ਸਿਸਟਰ ਆਏ, ਲੜਕੀ ਆ ਕੋਈ 28-29 ਸਾਲ ਦੀ, ਉਹਨੂੰ ਬਿਮਾਰੀ ਆ ਹੰਟਿੰਗਟਨ ਕੋਰੀਆ। ਕਿਹੜਾ ਜੀ? ਹੰਟਿੰਗਟਨ ਕੋਰੀਆ। ਹੰਟਿੰਗਟਨ ਕੋਰੀਆ, ਹਾਂਜੀ। ਇਹ ਬਿਮਾਰੀ ਆ, ਇਹ 'ਚ ਕੀ ਹੁੰਦਾ, ਇੱਕ ਦਿਮਾਗੀ ਬਿਮਾਰੀ ਆ। ਚਾਹੇ ਬੱਚਾ ਜਿੱਡਾ ਮਰਜ਼ੀ ਇੰਟੈਲੀਜੈਂਟ ਆ, ਕੁਝ ਵੀ ਆ, ਪਰ ਜਦ ਉਹਨੇ 25-26 ਸਾਲ ਦੀ ਉਮਰ ਟੱਪਣੀ ਆ, ਉਸ ਤੋਂ ਬਾਅਦ ਉਹਦੇ ਹੱਥ ਪੈਰ ਇਦਾਂ ਚੱਲਣੇ ਸ਼ੁਰੂ ਹੋ ਜਾਣਗੇ ਜਿਵੇਂ ਉਹ ਨੱਚ ਰਿਹਾ। ਪ੍ਰੋਪਰ ਉਹਦੇ ਸਰੀਰ ਦਾ ਬੈਲੈਂਸ ਪ੍ਰੋਪਰ ਨਹੀਂ ਬਣ ਪਾਉਂਦਾ। ਇਹ ਪੀੜ੍ਹੀ ਦਰ ਪੀੜ੍ਹੀ ਖਾਨਦਾਨ 'ਚ ਅੱਗੇ ਚੱਲਦੀ ਆ। ਮੇਰੇ ਹਿਸਾਬ ਨਾਲ ਜੇ ਆਪਾਂ ਪੰਜਾਬ 'ਚ ਦੇਖੀਏ ਤਾਂ ਵੱਧ ਤੋਂ ਵੱਧ ਤੁਹਾਨੂੰ 5-7 ਪਰਿਵਾਰ ਮਿਲਣਗੇ ਇਹ ਜੇ ਪੂਰੇ ਪੰਜਾਬ ਦੇ ਵਿੱਚ। ਸਾਡੇ ਕੋਲ ਵੀ ਹੁਣ ਤੱਕ 2-3 ਕੇਸ ਆਏ ਨੇ ਇਸ ਚੀਜ਼ ਦੇ। ਉਹ ਬ੍ਰਦਰ ਸਿਸਟਰ ਸੀ, ਜਦ ਪਹਿਲੀ ਵਾਰ ਸਾਡੇ ਕੋਲ ਆਏ ਅਸੀਂ ਵੀ ਦੇਖਿਆ ਵੀ ਇਹ ਕਿਹੜੀ ਬਿਮਾਰੀ ਆ। ਫਿਰ ਗੱਲ ਕੀਤੀ, ਉਹਨਾਂ ਕੋਲ ਡਾਕੂਮੈਂਟ ਸੀ, PGI ਦੀਆਂ ਰਿਪੋਰਟਾਂ ਸੀ, ਉਹ ਦੇਖੀਆਂ। ਫਿਰ ਉਹਨਾਂ ਨੇ ਦੱਸਿਆ ਵੀ PGI ਵਾਲਿਆਂ ਨੇ ਸਾਨੂੰ ਕਹਿਤਾ ਵੀ ਇਹਦਾ ਇਲਾਜ ਨਹੀਂ ਹੈਗਾ। ਠੀਕ ਹੈ ਜੀ। ਉਸ ਤੋਂ ਪਹਿਲਾਂ ਉਹਨਾਂ ਦੇ ਮਦਰ ਫਾਦਰ ਨੂੰ ਦਿੱਕਤ ਸੀ, ਫਾਦਰ ਐਕਸਪਾਇਰ ਹੋ ਚੁੱਕੇ ਆ, ਤੇ ਉਹ ਲੜਕੀ ਦਾ ਵਿਆਹ ਹੋਇਆ, ਲੜਕੀ ਨੇ BA ਕੀਤੀ ਆ, ਫਸਟ ਕਲਾਸ 'ਚ BA ਕਰ ਚੁੱਕੀ ਆ। ਉਸ ਤੋਂ ਬਾਅਦ ਮੈਰਿਜ ਹੋ ਗਈ, ਬੱਚਾ ਵੀ ਆ, ਪਰ ਬੱਚਾ ਹੋਣ ਤੋਂ ਬਾਅਦ ਉਹਨੂੰ ਇਹ ਦਿੱਕਤਾਂ ਜੋ ਖਾਨਦਾਨੀ ਸੀ ਉਹ ਆਣੀਆਂ ਸ਼ੁਰੂ ਹੋ ਗਈਆਂ। ਉਹ ਕੁੜੀ ਨੂੰ ਉਹਦੇ ਘਰਦਿਆਂ ਨੇ ਤਲਾਕ ਦੇ ਦਿੱਤਾ ਜੀ। ਕੁੜੀ ਆਪਣੇ ਪੇਕੇ ਬੈਠੀ ਹੈ ਇਸ ਟਾਈਮ ਆ ਕੇ ਜੀ। ਫਿਰ ਉਹਦਾ ਬ੍ਰਦਰ ਲੈ ਕੇ ਆਇਆ, ਬ੍ਰਦਰ ਦੀ ਉਮਰ ਹਜੇ 24 ਸਾਲ ਆ, ਬ੍ਰਦਰ ਨੂੰ ਵੀ ਦਿੱਕਤ ਆਣੀ ਸ਼ੁਰੂ ਹੋਈ ਆ। ਪਹਿਲੀ ਵਾਰ ਉਹਨਾਂ ਨੂੰ ਕੋਈ ਪਿੰਡ ਦਾ ਚਹੇਤਾ ਸੱਜਣ ਗੱਡੀ 'ਚ ਲੈ ਕੇ ਆਇਆ ਸੀ ਸਾਡੇ ਕੋਲ। ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਸੋਚ ਵਿਚਾਰ ਕਰਦੇ ਹਾਂ, ਦਵਾਈ ਤਿਆਰ ਕਰਾਂਗੇ, ਕਿਉਂਕਿ ਦਿਮਾਗ ਨਾਲ ਰਿਲੇਟਡ ਚੀਜ਼ ਆ। ਆਯੁਰਵੇਦ 'ਚ ਬਹੁਤ ਕੁਝ ਪਿਆ ਇਸ ਬਾਰੇ। ਅਸੀਂ ਸੋਚਿਆ ਵੀ ਅਸੀਂ ਵੀ ਕੋਈ ਚੀਜ਼ ਬਣਾ ਕੇ ਦੇਖਦੇ ਹਾਂ, ਟਰਾਈ ਕਰਦੇ ਹਾਂ, ਕਿਉਂਕਿ ਟਰਾਈ ਦੇ ਉੱਤੇ ਹੀ ਹਰ ਇੱਕ ਚੀਜ਼ ਟਿਕੀ ਹੋਈ ਜੀ। ਅਸੀਂ ਉਹਨਾਂ ਨੂੰ ਕਹਿਤਾ ਵੀ ਅਸੀਂ 2-3 ਦਿਨ ਦਾ ਸਾਨੂੰ ਸਮਾਂ ਦਿਓ, ਵੀ ਤਰਨਤਾਰਨ ਤੋਂ ਆਇਆ ਹੈ ਵੀ ਗਰੀਬ ਪਰਿਵਾਰ ਦੇ ਸੀ, ਵੀ ਦਵਾਈ ਅਸੀਂ ਤੁਹਾਡੇ ਘਰੇ ਪਹੁੰਚਦੀ ਕਰਾਂਗੇ ਜਿੱਦਾਂ ਮਰਜ਼ੀ ਕਰੀਏ। ਉਹ ਚਲੇ ਗਏ। ਅਸੀਂ 3-4 ਦਿਨ ਦੇ ਵਿੱਚ ਆਪਣੀ ਦਵਾਈ ਤਿਆਰ ਕੀਤੀ, ਦਵਾਈ ਭੇਜੀ ਉਹਨਾਂ ਨੂੰ। ਉਸ ਤੋਂ 1 ਮਹੀਨਾ ਦਵਾਈ ਖਾਣ ਤੋਂ ਬਾਅਦ ਉਹ ਲੜਕੀ ਦਾ ਭਰਾ ਵੀ ਜਿਹੜਾ ਕਾਰ 'ਚ ਬੈਠ ਕੇ ਆਇਆ ਸੀ, ਉਹ ਮੋਟਰਸਾਈਕਲ ਚਲਾ ਕੇ ਤਰਨਤਾਰਨ ਸਾਹਿਬ ਤੋਂ ਸਾਡੇ ਕੋਲ ਪਹੁੰਚਿਆ। ਜਿਹੜਾ ਕਿ ਮੋਟਰਸਾਈਕਲ ਤੇ ਬੈਠਣ ਨੂੰ ਵੀ ਤਰਸ ਗਿਆ ਸੀ, ਉਹਨੂੰ ਇਹ ਹੁੰਦਾ ਸੀ ਮੇਰਾ ਬੈਲੈਂਸ ਨਹੀਂ ਬਣਨਾ, ਮੈਂ ਗਿਰ ਜਾਣਾ। ਉਹ ਆਪ ਖੁਦ ਮੋਟਰਸਾਈਕਲ ਚਲਾ ਕੇ ਅਗਲੇ ਮਹੀਨੇ ਦੀ ਦਵਾਈ ਲੈ ਕੇ ਆਇਆ। ਤੁਹਾਨੂੰ ਵੈਦ ਸਾਹਿਬ ਨੇ ਵੀਡੀਓ ਵੀ ਦਿਖਾਈ ਹੋਏਗੀ। ਉਹ ਲੜਕੀ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵ ਕਰ ਚੁੱਕੀ ਹੈ। ਤੇ ਇਹ ਆ ਆਯੁਰਵੇਦ ਦਾ ਇੱਕ 'ਚ ਇੱਕ ਚੀਜ਼ ਛਿਪੀ ਆ। ਉਹਨਾਂ ਦੀ ਦਵਾਈ ਨੇ ਸਾਨੂੰ ਹੋਰ ਫਾਇਦੇ ਦਿੱਤੇ। ਗਰੀਬ ਪਰਿਵਾਰ ਸੀ। ਹੁਣ ਜੇ ਗੱਲ ਚੱਲਦੀ ਆ ਵੀ ਤੁਸੀਂ ਮਹਿੰਗੀਆਂ ਦਵਾਈਆਂ ਦਿੰਦੇ, ਸਭ ਕੁਝ ਕਰਦੇ ਹੋ, ਪਰ ਸਾਡੇ ਕੋਲ ਜੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਬੈਠ ਕੇ ਦੇਖੋ, ਹਜ਼ਾਰਾਂ ਫੋਨ ਆਉਂਦੇ ਆ ਜਿਹੜੇ ਸਾਨੂੰ ਫੋਨ ਤੇ ਕਹਿੰਦੇ ਆ ਦਵਾਈ ਦਾ ਰੇਟ ਦੱਸੋ। ਅਸੀਂ ਉਹਨਾਂ ਨੂੰ ਸਾਫ਼ ਕਹਿ ਦਿੰਦੇ ਆ ਵੀ ਵੀਰ ਜੀ ਤੁਸੀਂ ਆਓ। ਦੁਨੀਆ ਬਹੁਤ ਪੁਸ਼ ਕਰਦੀ ਆ, ਨਹੀਂ ਜੀ ਅਸੀਂ ਪੈਸੇ ਲੈ ਕੇ ਆਵਾਂਗੇ। ਸਾਡਾ ਇਹ ਹੁੰਦਾ ਵੀ ਤੁਸੀਂ ਆ ਜਾਓ, ਜੇ ਅਸੀਂ ਪੈਸਾ ਵੱਧ ਵੀ ਦੱਸਦੇ ਹਾਂ ਤੁਸੀਂ ਆਪਣਾ ਜਾ ਕੇ ਪਵਾ ਦਿਓ। ਸਾਡਾ ਐਲੋਪੈਥੀ ਵਾਲਿਆਂ ਇਹ ਕੰਮ ਨਹੀਂ ਵੀ ਇੱਥੇ ਬਹਿ ਜਾ ਭਰਾਵਾ ਪੈਸੇ ਦੇ ਕੇ ਜਾਈ। ਠੀਕ ਹੈ, ਕਿਉਂਕਿ ਜੇ ਅਸੀਂ ਫੋਨ ਤੇ ਪੈਸਾ ਦੱਸਦੇ ਹਾਂ, ਕੁਝ ਕਰਦੇ ਹਾਂ, ਜਿਹੜਾ ਗਰੀਬ ਪਰਿਵਾਰਾਂ ਦੇ ਲੋਕ ਆ ਉਹ ਆ ਕੇ ਡਰ ਜਾਣਗੇ। ਉਹਨਾਂ ਨੇ ਆਣਾ ਹੀ ਨਹੀਂ ਸਾਡੇ ਕੋਲ। ਕੁਦਰਤ ਨੇ ਉਹ ਦਵਾਈ ਦੇ ਨਾਲ ਸਾਡੀਆਂ ਇੰਨੀਆਂ ਕੁ ਹੋਰ ਬਿਮਾਰੀਆਂ ਠੀਕ ਕਰਨੀਆਂ ਸ਼ੁਰੂ ਕਰਤੀਆਂ ਵੀ ਉਹ ਬਿਮਾਰੀ ਦੇ ਲਈ ਦਵਾਈ ਕਿਸੇ ਲਈ ਬਣਾਈ, ਪਰ ਉਹਦਾ ਲਾਭ ਸਾਨੂੰ ਬਹੁਤ ਜ਼ਿਆਦਾ ਹੋਇਆ। ਬਹੁਤ ਖੂਬ, ਬਹੁਤ ਖੂਬ। ਡਾਕਟਰ ਦੀਕਸ਼ਾ, ਔਰਤਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ, ਤੇ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਔਰਤਾਂ ਇੱਥੇ ਆਉਂਦੀਆਂ, ਤੇ ਕਿਹੜੀਆਂ ਸਮੱਸਿਆਵਾਂ ਦਾ ਇਲਾਜ ਆ ਜਿਹੜਾ ਉਹ ਪਹਿਲੀ ਸੱਟੇ ਹੋ ਜਾਂਦਾ? ਮੈਂ ਤੁਹਾਨੂੰ ਦੱਸੂਗੀ, ਅੱਜ ਕੱਲ ਸਭ ਤੋਂ ਕਾਮਨ ਚੱਲ ਰਹੀ, ਸਭ ਨੂੰ ਹੀ ਪਤਾ ਹੈਗਾ ਕਿ PCOD ਦੀ ਦਿੱਕਤ। ਉਹ ਚਾਹੇ ਤਾਂ ਲੈ ਲਓ ਟੀਨੇਜ ਨੂੰ ਲੈ ਲਓ, ਜਾਂ ਚਾਹੇ ਲੈ ਲਓ ਕਿ ਆਫਟਰ 30 ਲੈ ਲਓ। PCOD ਦੀ ਦਿੱਕਤ ਇਦਾਂ ਹੈ ਕਿ ਤੁਹਾਡੇ ਅੰਡੇਦਾਨੀਆਂ ਦੇ ਵਿੱਚ ਛੋਟੀ ਛੋਟੀ ਰਸੌਲੀਆਂ ਜਾਂ ਫੋਲੀਕਲਸ ਹੋ ਜਾਂਦੇ ਨੇ। ਉਹਦੇ ਨਾਲ ਮੈਂਸਸ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ, ਕਈਆਂ ਨੂੰ ਬਹੁਤ ਜ਼ਿਆਦਾ ਆਉਂਦੀ ਹੈ, ਕਈਆਂ ਨੂੰ ਪੇਨਫੁਲ ਆਉਂਦੇ ਨੇ, ਜਾਂ ਕੁਝ ਵੀ PCOD ਦੇ ਰਿਲੇਟਡ ਦਿੱਕਤ, ਕਈਆਂ ਨੂੰ ਹਾਰਮੋਨਲ ਇੰਬੈਲੈਂਸ ਬਹੁਤ ਹੋ ਜਾਂਦਾ ਆ। ਇਸ ਚੀਜ਼ ਦਾ ਸਾਡੇ ਕੋਲ ਹਰ ਇੱਕ ਚੀਜ਼ ਦਾ ਇਲਾਜ ਹੈ। PCOD ਖਤਮ ਹੁੰਦਾ, ਜਦ ਕਿ ਐਲੋਪੈਥੀ ਮੈਡੀਸਿਨ ਕੀ ਆ ਉਹ ਕਹਿੰਦੇ ਕਿ PCOD ਖਤਮ ਨਹੀਂ ਹੁੰਦਾ, ਪਰ ਸਾਡੇ ਕੋਲ PCOD ਦਾ ਇਲਾਜ ਹੈ, ਉਹ ਖਤਮ ਹੁੰਦਾ। ਕੋਈ ਵੀ ਮੈਂਸਸ ਰਿਲੇਟਡ ਪ੍ਰੋਬਲਮ ਆ, ਈਵਨ ਇਨਫਰਟੀਲਿਟੀ ਆਪਾਂ ਕਹਿੰਦੇ ਆ, ਬੱਚਾ ਨਹੀਂ ਹੁੰਦਾ, ਚਾਹੇ ਉਹ ਦਿੱਕਤ ਆਦਮੀ 'ਚ ਹੋਵੇ ਤੇ ਚਾਹੇ ਉਹ ਔਰਤ 'ਚ ਹੋਵੇ, ਕਿਸੇ 'ਚ ਵੀ ਕੋਈ ਦਿੱਕਤ ਹੋਵੇ, ਉਸ ਚੀਜ਼ ਦਾ ਵੀ ਇਲਾਜ ਹੁੰਦਾ ਹੈ। ਪੰਜਾਬ ਦੀਆਂ ਔਰਤਾਂ ਮੁੱਖ ਤੌਰ ਦੇ ਉੱਤੇ ਕਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਅੱਜ ਦੀ ਤਰੀਕ 'ਚ ਜੋ ਤੁਹਾਡੇ ਕੋਲੇ ਆਉਂਦੀਆਂ?
ਸਾਡੇ ਕੋਲ ਆ ਪੀਸੀਓਡੀ ਬਹੁਤ ਜ਼ਿਆਦਾ ਹੈ, ਇਨਫਰਟੀਲਿਟੀ ਤਾਂ ਬਹੁਤ ਜ਼ਿਆਦਾ ਹੈ। ਜਿਹੜਾ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਹਰ 5ਵਾਂ ਜਾਂ 6ਵਾਂ ਘਰ ਇਹੋ ਜਿਹਾ ਹੋਊਗਾ ਜਿਹੜਾ ਕਹੂਗਾ ਕਿ ਸਾਨੂੰ ਮਤਲਬ ਬੱਚਾ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਜਾਂ ਤਾਂ ਪੀਸੀਓਡੀ ਹੈ, ਜਾਂ ਥਾਇਰਾਇਡ ਹੈ, ਜਾਂ ਕੋਈ ਵੀ ਮੈਂਸਸ ਦੀ ਪ੍ਰੋਬਲਮ ਹੈ, ਜਾਂ ਨੈਚੁਰਲੀ ਕੋਈ ਵੀ ਤੁਹਾਡੇ ਹਾਰਮੋਨਲ ਇੰਬੈਲੈਂਸ ਹੈ। ਤਾਂ ਇਹ ਚੀਜ਼ ਹਰ ਇੱਕ ਚੀਜ਼ ਅਸੀਂ ਕਿਉਰ ਕਰਦੇ ਹਾਂ। ਕੋਈ ਪ੍ਰਾਇਮਰੀ ਇਨਫਰਟੀਲਿਟੀ ਹੋਵੇ, ਈਵਨ ਸੈਕੰਡਰੀ ਇਨਫਰਟੀਲਿਟੀ ਵੀ, ਦੋਨੋਂ ਚੀਜ਼ਾਂ ਅਸੀਂ ਸਹੀ ਕਰਦੇ ਹਾਂ। ਇੱਕ ਅੱਜ ਕੱਲ ਬਹੁਤ ਕਾਮਨ ਚੱਲ ਰਿਹਾ ਹੈ ਸਰਵਾਈਕਲ ਕੈਂਸਰ, ਸਰਵਿਕਸ ਦਾ ਕੈਂਸਰ। ਲੇਡੀਜ਼ ਜਾਂ ਆਪਾਂ ਕਹਿ ਦਿੰਦੇ ਆ ਅੱਜ ਕੱਲ ਨਾ, ਜਿਵੇਂ ਆਪਾਂ ਕਿ ਲੇਡੀਜ਼ ਆ ਕੇ ਕਹਿ ਦਿੰਦੀਆਂ ਸਾਨੂੰ ਪਾਣੀ ਪੈਂਦਾ। ਪਾਣੀ ਇੱਕ ਕਾਮਨ ਵਰਡ ਲੈ ਲਿਆ ਉਹਨਾਂ ਨੇ ਵੀ ਸਾਨੂੰ ਲਕੋਰੀਆ ਹੈ। ਲਕੋਰੀਆ, ਮੈਂ ਸਭ ਨੂੰ ਇਹ ਦੱਸੂਗੀ, ਲਕੋਰੀਆ ਇੱਕ ਕਾਮਨ ਚੀਜ਼ ਨਹੀਂ ਹੈ। ਪਾਣੀ ਪੈਣ ਨੂੰ ਹਰ ਇੱਕ ਬੰਦਾ ਲਕੋਰੀਆ ਕਹਿ ਦਿੰਦਾ, ਲਕੋਰੀਆ ਨਹੀਂ ਹੁੰਦਾ। ਉਸ ਚੀਜ਼ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕੀ ਹੁੰਦਾ, ਸਰਵਾਈਕਲ ਕੈਂਸਰ ਦੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਉਸ ਚੀਜ਼ ਨੂੰ ਤੁਸੀਂ ਇੱਕ ਲਕੋਰੀਆ ਕਹਿ ਕੇ ਮੈਡੀਸਿਨ ਲੈ ਕੇ ਉਸ ਚੀਜ਼ ਨੂੰ ਤੁਸੀਂ ਇੱਕ ਵਾਰ ਦਬਾ ਦੋਗੇ, ਪਰ ਜੋ ਬਾਰ-ਬਾਰ ਹੋ ਰਹੀ ਹੈ ਤਾਂ ਉਹਨੂੰ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ। ਉਹ ਸਰਵਿਕਸ ਦਾ ਕੈਂਸਰ ਵੀ ਬਣ ਸਕਦਾ ਹੈ। ਤਾਂ ਉਸ ਚੀਜ਼ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਸਿਰਫ ਇੱਕ ਲਕੋਰੀਆ ਕਹਿ ਕੇ ਦਵਾਈ ਲੈਣਾ ਇੱਕ ਗੱਲ ਨਹੀਂ ਹੈਗੀ। ਉਸ ਚੀਜ਼ ਨੂੰ ਅੱਗੇ ਚੈੱਕ ਕਰਾਓ। ਜਿਹੜਾ ਸਰਵਿਕਸ ਦਾ ਕੈਂਸਰ ਆ ਬਹੁਤ ਖਤਰਨਾਕ ਹੁੰਦਾ ਹੈ ਤੇ ਉਹਦਾ ਵੀ ਸਾਡੇ ਕੋਲ ਇਲਾਜ ਹੈ। ਡਾਕਟਰ ਸਾਹਿਬ, ਸਮਾਂ ਰਹੇਗਾ ਥੋੜਾ, ਘੜੀ ਦੇ ਟਿਕ ਟਿਕ ਕਹਿੰਦੀ ਵੀ ਹੁਣ ਚਾਹੋ, ਪਰ ਮੈਨੂੰ ਜਾਣੇ ਜਾਂਦੇ ਇਹ ਦੱਸ ਦਿਓ ਜੀ ਕਿ ਹੋਰ ਕਿਹੜੀਆਂ ਸਮੱਸਿਆਵਾਂ ਦਾ ਇਲਾਜ ਇੱਥੇ ਹੁੰਦਾ? ਆ ਜਿਹੜੀ ਤੁਹਾਡੀ ਲੰਮੀ ਚੌੜੀ ਸੂਚੀ ਆ, ਇਹਦੇ ਬਾਬਤ ਵੇਰਵਾ ਸਾਂਝਾ ਕਰ ਲਓ। ਇਹ 'ਚ ਜਿਵੇਂ ਪ੍ਰੋਗਰੈਸਿਵ ਸੁਪਰਾ ਨਿਊਕਲੀਅਰ ਪੈਲਸੀ ਹੋ ਗਈ, ਅਲਜ਼ਾਈਮਰ ਹੋ ਗਿਆ, ਡਿਮੈਂਸ਼ੀਆ ਹੋ ਗਿਆ, ਹਟਿੰਗਟਨ ਕੋਰੀਆ ਮੈਂ ਤੁਹਾਨੂੰ ਦੱਸੇ ਦਿੱਤਾ ਹੋਇਆ, ਪਾਰਕਿੰਸਨਿਜ਼ਮ ਹੋ ਗਿਆ, ਵੈਰਿਕੋਸੀਲ ਹੋ ਗਿਆ, ਐਨਕਾਈਲੋਜ਼ਿੰਗ ਸਪੌਂਡਿਲਾਈਸਿਸ ਹੋ ਗਿਆ, ਡਰਾਈ ਐਗਜ਼ੀਮਾ ਹੋ ਗਿਆ। ਚਿਲਬਰਨ ਬਹੁਤ ਕਾਮਨ ਆ ਫੋਰਨ ਕੰਟਰੀਜ਼ ਦੇ ਵਿੱਚ। ਠੰਡ ਦੇ ਨਾਲ, ਜਿਵੇਂ ਆਪਾਂ ਕਹਿੰਦੇ ਇੱਥੇ ਅੱਗ ਨਾਲ ਜਲ ਗਿਆ ਬੰਦਾ, ਉੱਥੇ ਠੰਡ ਨਾਲ ਜਲ ਜਾਂਦਾ ਬੰਦਾ। ਅੱਛਾ। ਹਾਂ, ਚਿਲਬਰਨ ਬਹੁਤ ਜ਼ਿਆਦਾ ਕੈਨੇਡਾ, ਅਮਰੀਕਾ 'ਚ ਬਰਫ਼ ਵਾਲੇ ਦੇਸ਼ਾਂ 'ਚ ਬਹੁਤ ਜ਼ਿਆਦਾ ਕਾਮਨ ਆ। ਉਹ ਚੀਜ਼ ਹੋ ਗਈ। ਐਸਟ੍ਰੋਫੋਬੀਆ ਹੋ ਗਿਆ, BDRL ਹੋ ਗਿਆ, ਆਪਣੇ ਸੰਭੋਗ ਦੇ ਦੌਰਾਨ ਫੈਲਣੇ ਵਾਲੀਆਂ ਬਿਮਾਰੀਆਂ ਹੋ ਗਈਆਂ, ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਕਾਮਨ ਚੱਲ ਰਹੀਆਂ ਨੇ। ਇਹ ਚੀਜ਼ਾਂ ਹੋ ਗਈਆਂ। ਟ੍ਰਾਈਜੈਮਿਨਲ ਨੋਰੈਲਜੀਆ ਮੈਂ ਤੁਹਾਨੂੰ ਦੱਸੇ ਚੁੱਕਿਆ ਹੋਇਆ, ਲੂਪਲਸ ਐਰੀਥੈਮੈਟੋਸਿਸ ਹੋ ਗਿਆ, ਮਸਕੂਲਰ ਡਿਸਟ੍ਰੋਫੀ ਹੋ ਗਈ, ਮੈਸਥੀਨੀਆ ਗ੍ਰੈਵਿਸ ਹੋ ਗਿਆ। ਇਹ ਸਾਰੀਆਂ ਚੀਜ਼ਾਂ ਆ। ਸਾਈਜ਼ੋਫਰੀਨੀਆ, ਐਲੀਫੈਂਟੀਐਸਿਸ, ਡਾਊਨ ਸਿੰਡਰੋਮ, ਸੈਲੂਲਾਈਟਸ, ਸੈਲੂਲਾਈਟ, ਇਨਸੋਮਨੀਆ ਹੋ ਗਿਆ, ਵੈਸਟ ਸਿੰਡਰੋਮ ਹੋ ਗਿਆ, ਥੈਲਾਸੀਮੀਆ ਹੋ ਗਿਆ। ਇਹ ਸਾਰੀਆਂ ਬਿਮਾਰੀਆਂ ਦੱਸ ਰਿਹਾ ਮੈਂ, ਇਹਨਾਂ ਦੇ ਅਸੀਂ ਪੇਸ਼ੈਂਟ ਦੇਖ ਚੁੱਕੇ ਹਾਂ ਤੇ ਇਲਾਜ ਕਰ ਚੁੱਕੇ ਹੋਏ ਤੇ ਤੰਦਰੁਸਤ ਹੋ ਗਏ ਹੋਏ ਨੇ। ਹਾਂਜੀ, ਚਲੋ, ਬਹੁਤ ਚੰਗਾ ਲੱਗਾ ਪੰਨੂ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ। ਡਾਕਟਰ ਸਾਹਿਬ ਤੁਹਾਡੇ ਨਾਲ ਵੀ ਤੇ ਦੀਕਸ਼ਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਵੀ। ਤੇ ਅਸੀਂ ਪਿਛਲੀ ਵਾਰ ਵੀ ਇਹ ਬੇਨਤੀ ਕੀਤੀ ਸੀ ਦਰਸ਼ਕਾਂ ਨੂੰ ਵੀ ਤੁਸੀਂ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਸਾਡੇ ਤੱਕ ਪਹੁੰਚਾਉਣੇ ਆ। ਮਿਹਰਬਾਨੀ, ਅਸੀਂ ਵੀ ਉਹਨਾਂ ਸਵਾਲਾਂ ਨੂੰ ਅੱਜ ਦੀ ਇੰਟਰਵਿਊ ਦੇ ਵਿੱਚ ਸ਼ਾਮਿਲ ਕੀਤਾ। ਪਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਜੇਕਰ ਆਪਣਾ ਕੋਈ ਭੈਣ ਭਰਾ ਬਿਮਾਰ ਆ ਤੇ ਅਸੀਂ ਉਹਦਾ ਵੀ ਤਾਂ ਸਮਾਂ ਕਿਤੇ ਵਿਆਹ ਤੇ ਜਾ ਕੇ ਕਿਤੇ ਹੋਰ ਥਾਂ ਤੇ ਜਾ ਕੇ ਖਰਚ ਕਰਦੇ ਹੀ ਆ। ਇੱਕ ਵਾਰੀ ਗੇੜਾ ਮਾਰ ਕੇ ਆਪਦੇ ਤੇ ਯਕੀਨ ਕਰੋ। ਬਿਲਕੁਲ। ਮੇਰੇ ਤੇ ਵੀ ਨਾ ਕਰੋ, ਇਹਨਾਂ ਤੇ ਵੀ ਨਾ ਕਰੋ, ਆਪਦੇ ਆਲੇ ਦੁਆਲੇ ਦੇ ਵਿੱਚ ਪੁੱਛੋ ਤੇ ਇੱਥੇ ਆ ਕੇ ਪੜਤਾਲ ਕਰੋ ਤੇ ਦਵਾਈ ਲਓ। ਕਿਉਂਕਿ ਬਾਅਦ ਦੇ ਵਿੱਚ ਅਸੀਂ ਕਹਿੰਦੇ ਜੀ ਕਿ ਫਲਾਣੇ ਨੇ ਕਿਹਾ ਸੀ, ਫਲਾਣੇ ਨੇ ਇਦਾਂ ਹੋ ਗਈ। ਸੋ ਚਾਹੀਦਾ ਇਹ ਜੀ ਕਿ ਅਸੀਂ ਆਪ ਆਪਣੇ ਲਈ ਸਮਾਂ ਕੱਢੀਏ, ਪੜਤਾਲ ਕਰੀਏ, ਦਵਾਈ ਲੱਗੇ। ਬਹੁਤ ਬਹੁਤ ਮਿਹਰਬਾਨੀ।